ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਜ਼ਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ, ਜਿਨ੍ਹਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਲੜੀ ਤਹਿਤ ਕੱਲ ਤੀਜੇ ਮਹੱਲੇ ਭਾਵ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਗੁਰਤਾ ਗੱਦੀ ਤੋਂ ਬੈਠਣ ਤੋਂ ਪ੍ਰਾਰੰਭ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਸ ਤਰ੍ਹਾਂ ਫਿਰ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਤੋਂ ਬਾਸਰ ਕੇ ਨਗਰ, ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ, ਉਦੋਂ ਇਹ ਬਾਹਰ-ਬਾਹਰ ਇੱਕ ਖੇਤ ਹੁੰਦੇ ਸੀ। ਅੱਜ ਕੱਲ ਉਹ ਜਿਹੜਾ ਹੈ ਲਗਭਗ ਨਗਰ ਦੇ ਵਿੱਚ ਹੀ ਹੈ, ਨਾਲ ਹੀ। ਉੱਥੇ ਮਹਾਰਾਜ ਬੈਠੇ ਨੇ ਤੇ ਦਰਵਾਜ਼ੇ ਉੱਪਰ ਲਿਖ ਕੇ ਲਾਤਾ, ਭਾਈ ਬਰਾਗ ਵਿੱਚ ਆਇਆਂ ਨੇ, ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਸੀ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ। ਤਾਂ ਸੰਗਤਾਂ ਵਿਆਕੁਲ ਹੋਈਆਂ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਉਹਨਾਂ ਅੰਤਰਜਾਮਤਾ ਲਾ ਕਰਕੇ ਵੇਖਿਆ, ਮਹਾਰਾਜ ਦੇ ਦਰਸ਼ਨ ਹੋਏ ਬੈਠਿਆਂ ਦੇ। ਤਾਂ ਫਿਰ ਖੇਡ ਰਚੀ, ਘੋੜੀ ਤਿਆਰ ਕੀਤੀ, ਕਾਠੀ ਪਾ ਕੇ ਸ਼ਿੰਗਾਰ ਕੇ ਅੱਗੇ ਲਾ ਲਈ। ਬਾਬਾ ਬੁੱਢਾ ਜੀ ਮੂਹਰੇ ਤੁਰ ਪਏ, ਸਿੱਖ ਸੰਗਤਾਂ ਮਗਰ ਹੈ। ਇੱਥੇ ਪਹੁੰਚੇ ਨੇ, ਦਰਵਾਜ਼ੇ ਤੇ ਲਿਖਿਆ ਵੇਖ ਕੇ ਕਿਵੇਂ ਬਾਬਾ ਜੀ ਨੇ ਫਿਰ ਜੋ ਪੂਰਬ ਦੀ ਸਾਈਡ ਕੰਧ
ਉਹਦੇ ਵਿੱਚ ਸੰਨ ਲਾਇਆ ਤੇ ਅੰਦਰ ਗਏ। ਗੁਰੂ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਵੀ ਬਾਬਾ ਬੁੱਢਾ ਇਹ ਕੀ ਕੀਤਾ? ਦਰਵਾਜ਼ੇ ਤੇ ਜੋ ਲਿਖਿਆ ਉਹ ਨਹੀਂ ਪੜਿਆ? ਕਹਿਣ ਲੱਗੇ ਜੀ ਉਹ ਪੜਿਆ ਪਰ ਅਸੀਂ ਦਰਵਾਜ਼ਾ ਖੋਲਿਆ ਹੀ ਨਹੀਂ। ਅਸੀਂ ਤਾਂ ਉਹ ਦੇਖੋ ਕੰਧ ਦੇ ਪਾੜ ਲਾ ਕੇ ਅੰਦਰ ਆਏ ਹਾਂ। ਮਹਾਰਾਜ ਬੜੇ ਪ੍ਰਸੰਨ ਹੋਏ ਔਰ ਸੰਗਤਾਂ ਨੂੰ ਬਚਨ ਕਰਤਾ ਜੋ ਸਾਰੀਆਂ ਸੰਗਤਾਂ ਇੱਥੋਂ ਦੀ ਲੰਘ ਜਾਣ, ਉਹਨਾਂ ਦੀ 84 ਕੱਟ ਦੀ ਇਹ ਕਿਰਪਾ ਕੀਤੀ। ਉਪਰੰਤ ਮਹਾਰਾਜ ਗੋਇੰਦਵਾਲ ਸਾਹਿਬ ਆ ਗਏ। ਬੇਅੰਤ ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਆਓ ਅਗਲਾ ਇਤਿਹਾਸ, ਦੂਜੇ ਘਰ ਦਾ ਪ੍ਰਸੰਗ ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਾਤਾ ਕਾਲ ਸ੍ਰੀ ਗੁਰ ਉੱਠੇ, ਨਹਾਏ ਧਿਆਨ ਲਗਾਏ। ਫਿਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਹਨ, ਇਸ਼ਨਾਨ ਕੀਤਾ ਤੇ ਆਪਣੇ ਨਿਜ ਸਰੂਪ ਦਾ ਧਿਆਨ ਲਾਇਆ ਹੈ। ਗੁਰ ਗਾਦੀ ਪਰ ਥਿਤ ਭਏ, ਦਏ ਦਰਸ ਸੁਖ ਦਾਏ। ਇਸ ਉਪਰੰਤ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ ਤੇ ਸੁਖਦਾਇਕ ਦਰਸ਼ਨ ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਬਖਸ਼ੇ ਹਨ। ਪਾਦੜੀ ਛੰਦ ਸ੍ਰੀ ਅਮਰਦਾਸ ਜਿਮ ਮਾਰ ਤੰਡ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਵੇਂ ਮਾਰ ਤੰਡ ਸੂਰਜ ਵੱਤ, ਗਾਦੀ ਗੁਰੂ ਨਸਿੰਦਨ ਅਖੰਡ। ਤੇ ਜਿਹੜੀ ਗੁਰੂ ਸਾਹਿਬਾਂ ਦੀ ਗੱਦੀ ਹੈ ਇਹ ਇੱਕ ਅਖੰਡ ਸਿੰਦਨ ਹੈ। ਸਿੰਦਨ ਕਹੀਏ ਜਿਵੇਂ ਰਾਥਕ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਦਾ ਅਖੰਡ ਰਸ ਹੈ ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਉਹ ਰਥ ਹੈ। ਤਿਸ ਪਰ ਅਰੂੜ ਥਿਤ ਹੋਏ ਆਪ। ਇਸ ਹੁਣ ਗੁਰਤਾ ਗੱਦੀ ਤੇ ਇੱਕ ਤਰ੍ਹਾਂ ਜਾਣ ਮਾਣੋ ਬਈ ਗੁਰੂ ਪਾਤਸ਼ਾਹ ਮਹਾਰਾਜ ਬੈਠ ਗਏ। ਸਤਿਗੁਰੂ ਜੀ ਅਰੂੜ ਦਾ ਭਾਵ ਹੈ ਬੈਠਣਾ, ਬਿਰਾਜਮਾਨ ਹੋ ਗਏ ਹਨ। ਕੀਨਸ ਪ੍ਰਕਾਸ਼ ਸਭ ਦਿਸ ਪ੍ਰਤਾਪ। ਤੇ ਸਾਰੀਆਂ ਦਿਸ਼ਾਵਾਂ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਸ ਪ੍ਰਤਾਪ ਨਾਲ ਮਹਾਰਾਜ ਨੇ ਗੁਰਗੱਦੀ ਤੇ ਬੈਠ ਕਰਕੇ ਸਭ ਨੂੰ ਭਾਈ ਉਪਦੇਸ਼ ਦੇਣਾ ਸ਼ੁਰੂ ਕੀਤਾ ਹੈ। ਆਪਣੇ ਤੇਜ ਪ੍ਰਤਾਪ ਦਾ ਪ੍ਰਕਾਸ਼ ਕੀਤਾ ਹੈ। ਸਵਈਆ ਛੰਦ ਚੱਕਰ ਵਰਤ ਜਿਮ ਪੋਸ਼ਿਸ਼ ਦੂਸਰ। ਜਿਵੇਂ ਭਾਈ ਕੋਈ ਚੱਕਰ ਵਰਤੀ ਹੁੰਦਾ ਤੁਰਨ ਫਿਰਨਾ, ਤੇ ਉਹ ਫਿਰ ਜਿਵੇਂ ਪੋਸ਼ਾਕ ਹੈ ਇੱਕ ਲਾਤੀ ਫਿਰ ਦੂਜੀ ਪਾ ਲਈ, ਇਸ ਤਰ੍ਹਾਂ ਜਿਵੇਂ ਦੂਸਰੀ ਪੋਸ਼ਾਕ ਪਹਿਰ ਹੈ ਤਿਮ ਇਹੋ ਰੂਪ ਸੁਹਾਏ, ਉਹ ਪਹਿਨਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਭਾਈ ਕਿਉਂ ਜਾਣੋ ਸਰੀਰ ਰੂਪੀ ਪੋਸ਼ਾਕ ਬਦਲੀ ਹੈ, ਜੋਤ ਉਹੀ ਹੈ। ਇਉਂ ਰੂਪ ਮਹਾਰਾਜ ਦਾ ਸੋਭ ਰਿਹਾ ਹੈ। ਜਿਮ ਇੱਕ ਖੇਲੀ ਖੇਲ ਕਰੇ ਬਹੁ। ਫੇਰ ਭਾਈ ਉਦਾਹਰਨ ਦਿੰਦੇ ਵੀ ਜਿਵੇਂ ਕੋਈ ਖੇਡ ਕਰਨ ਵਾਲਾ ਉਹ ਕਈ ਤਰ੍ਹਾਂ ਦੀਆਂ ਖੇਡਾਂ ਕਰਦਾ, ਜਿਵੇਂ ਕਈ ਰੂਪ ਬਦਲ ਬਦਲ ਕੇ ਆਉਣਾ, ਇਸ ਤਰ੍ਹਾਂ ਉਹ ਕਈ ਤਰ੍ਹਾਂ ਦੇ ਖੇਲ ਰਚਦਾ ਹੈ। ਬਦਲ ਹੈ ਵੇਖ ਜਗਤ ਦੇਖ ਰਾਏ। ਤੇ ਆਪਣੇ ਭੇਸ ਬਦਲ ਬਦਲ ਕੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਜਗਤ ਨੂੰ ਦਿਖਾਉਂਦਾ ਹੈ। ਦੇਖਨ ਹਾਰ ਭਿੰਨ ਪਹਿਚਾਨ ਹੈ। ਪਰ ਦੇਖੋ ਉਸ ਸਮੇਂ ਜਿਹੜੇ ਦੇਖਣ ਵਾਲੇ ਹੁੰਦੇ ਆ ਉਹ ਫਿਰ ਜਿਵੇਂ ਜਿਹਾ ਕੋਈ ਰੂਪ ਬਦਲ ਕੇ ਆ ਜਾਂਦਾ ਉਸੇ ਤਰ੍ਹਾਂ ਵੱਖਰਾ ਵੱਖਰਾ ਉਸ ਨੂੰ ਪਹਿਚਾਣਦੇ ਨੇ। ਸਭ ਕੀ ਮਤ ਕੋ ਦੇਹ ਬਿਰਮਾਏ। ਖੇਡ ਦਿਖਾਉਣ ਵਾਲਾ ਸਾਰਿਆਂ ਦੀ ਮੱਤ ਜੀ ਭਰਮਾ ਦਿੰਦਾ ਹੈ। ਢਿੱਗ ਵਰਤੀ ਜੋ ਦਾਸ ਤਾਹੇ ਕੋ। ਪਰ ਭਾਈ ਜਿਹੜਾ ਹੁਣ
ਉਸ ਦਾ ਕੋਈ ਖੇਡ ਦਿਖਾਉਣ ਵਾਲੇ ਦਾ ਕੋਈ ਨਾਲ ਦਾਸ ਹੁੰਦਾ ਹੈ, ਕੋਈ ਉਹਦੇ ਕੋਲੇ ਰਹਿਣ ਵਾਲਾ ਜਿਹੜਾ ਉਹਨੂੰ ਬਾਰ-ਬਾਰ ਪੋਸ਼ਾਕ ਫੜਾਉਂਦਾ ਹੈ, ਜਿਹੜੀ ਉਹ ਉਤਾਰਦਾ ਉਹਨੂੰ ਸਾਂਭ ਕੇ ਰੱਖਦਾ, ਤਰ੍ਹਾਂ ਤਰ੍ਹਾਂ ਦਾ ਉਹਦਾ ਪ੍ਰਬੰਧ ਕਰਦਾ ਹੈ। ਢਿਗ ਵਰਤੀ ਜਿਹੜਾ ਨਿਕਟ ਵਰਤੀ ਉਹਦਾ ਕੋਈ ਸੇਵਕ ਹੈ। ਲਖਹਿ ਸੋ ਇੱਕ ਬਹੁ ਵੇਖ ਬਨਾਏ, ਉਹ ਜਾਣਦਾ ਵੀ ਹੈ ਤੇ ਇੱਕੋ ਹੀ ਹੈ, ਇਹ ਤਾਂ ਭੇਸ਼ ਹੀ ਬਹੁਤੇ ਬਣਾਏ ਹਨ। ਤਿਮ ਸਤ ਗੁਰ ਕੇ ਸਿੱਖ ਸਮੀਪੀ, ਇਸੇ ਤਰ੍ਹਾਂ ਭਾਈ ਜਿਹੜੇ ਸਤਿਗੁਰੂ ਦੇ ਨੇੜਲੇ ਸਿੱਖ ਹਨ, ਸੋ ਜਾਣੈ ਇੱਕ ਜੋਗ ਜੋਤ ਜਗੰਤ, ਉਹ ਜਾਣਦੇ ਨੇ ਕਿ ਇੱਕੋ ਹੀ ਜਿਹੜੀ ਜੋਤ ਹੈ ਉਹ ਜਗ ਰਹੀ ਹੈ। ਅਪਰ ਸਰੀਰ ਧਰਨ ਸਮ ਵੇਖ ਸੋ, ਇਹ ਤਾਂ ਉਹ ਜਾਣੋ ਵੀ ਹੋਰ ਸਰੀਰ ਧਾਰਨਾ ਇਹ ਇੱਕ ਪੋਸ਼ਾਕ ਦੇ ਵਾਂਗੂ ਹੈ। ਦ੍ਰਿੜ ਮਤ ਰਾਖੈ ਨਹੀਂ ਭੁਲੰਤ, ਨਿਕਟ ਵਰਤੀ ਨੇੜੇ ਜਿਹੜਾ ਸਿੱਖ ਸੇਵਕ ਉਹ ਆਪਣੀ ਮਤ ਨੂੰ ਦ੍ਰਿੜ ਰੱਖਦਾ ਹੈ, ਉਹਨੂੰ ਪਤਾ ਇੱਕੋ ਹੀ ਹੈ, ਉਹ ਭਾਈ ਭੁੱਲਦਾ ਨਹੀਂ ਹੈ। ਸ੍ਰੀ ਨਾਨਕ ਅੰਗਦ ਅਬ ਸੋ ਇਹੋ, ਉਹ ਜਾਣਦਾ ਕਿ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਫਿਰ ਸਰੀਰ ਰੂਪੀ ਪੋਸ਼ਾਕ ਬਦਲੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੇ ਹੁਣ ਭਾਈ ਸੋ ਇਹੋ, ਉਹੀ ਇਹ ਹਨ ਭਾਵ ਗੁਰੂ ਅਮਰਦਾਸ। ਬੈਠੋ ਤਖਤ ਸੁਹਾਏ ਮਹੰਤ, ਹੁਣ ਇਹ ਤਖਤ ਤੇ ਬੈਠ ਕੇ ਸੁਹਾ ਰਹੇ ਨੇ, ਸੋਭਨੀਕ ਹੋ ਰਹੇ ਹੈ। ਮਹੰਤ ਕਹੀਏ ਪੂਜਨੀਕ ਹੋ ਕਰਕੇ, ਆਏ ਸਪਾਏ ਸਿੱਖ ਸਭ ਆਏ, ਆਗਿਆ ਪਾ ਕੇ ਫਿਰ ਸਾਰੇ ਸਿੱਖ ਪਹੁੰਚੇ ਹਨ। ਬੰਦਨ ਕਰ ਅਕੋਰ ਅਰ ਪੰਤ, ਤੇ ਮਹਾਰਾਜ ਨੂੰ ਬੰਦਨਾ ਕਰਦੇ ਨੇ ਔਰ ਭਾਈ ਭੇਟਾ ਅਰਪਣ ਕਰਦੇ ਹਨ। ਦਰਸ਼ਨ ਕਰ ਕਰ ਆਨੰਦ ਧਰ ਧਰ, ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਆਨੰਦ ਧਾਰ ਧਾਰ ਕੇ, ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ, ਇਉਂ ਆਪਸ ਵਿੱਚ ਮਿਲ ਮਿਲ ਕੇ ਗੁਰੂ ਸਾਹਿਬ ਦੇ ਗੁਣਾਂ ਨੂੰ ਕਹਿ ਕਹਿ ਕੇ ਸਹਿਤ ਪ੍ਰੇਮ ਮਹਾਰਾਜ ਦਾ ਜਸ ਕਰਦੇ ਹਨ। ਉਦਿਓ ਗਿਆਨ ਰਵ ਹਰ ਅਗਿਆਨ ਤਮ, ਤੇ ਇਸ ਤਰ੍ਹਾਂ ਭਾਈ ਜਿਹੜਾ ਗਿਆਨ ਰੂਪੀ ਸੂਰਜ ਹੈ ਉਹ ਪ੍ਰਗਟ ਹੋਇਆ ਹੈ, ਤੇ ਅਗਿਆਨ ਰੂਪੀ ਹਨੇਰਾ ਹਰ ਨਾਸ਼ ਹੋਇਆ ਹੈ। ਪੁਰਹਿ ਕਾਮਨਾ ਪ੍ਰਾਪਤ ਛੇਮ, ਸਭ ਦੀਆਂ ਕਾਮਨਾਵਾਂ ਪੂਰੀਆਂ ਹੋ ਰਹੀਆਂ, ਤੇ ਛੇਮ ਕਈ ਮੁਕਤੀ ਕਲਿਆਣਤਾ ਦੀ ਪ੍ਰਾਪਤੀ ਹੁੰਦੀ ਹੈ। ਦਰਸ਼ਨ ਕਾਂਖੀ ਸਿੱਖ ਸਕਲ ਜੇ, ਕਾਂਖੀ ਦਾ ਭਾਵ ਹੁੰਦਾ ਹੈ ਕਾਂਖਸ਼ਾ, ਜਿਵੇਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ, ਕਾਂਖੀ ਏਕੈ ਦਰਸ ਤੁਹਾਰੋ, ਇਹ ਮਹਾਰਾਜ ਮੇਰੇ ਅੰਦਰ ਕਾਂਖਸ਼ਾ ਇੱਛਾ ਚਾਹਨਾ ਇਹੀ ਹੈ, ਕਾਹਦੀ? ਏਕੈ ਦਰਸ ਤੇਰੇ, ਇੱਕੋ ਅਕਾਲ ਪੁਰਖੇ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਕਾਂਖਸ਼ਾ ਹੈ। ਦਰਸ਼ਨ ਕਾਂਖੀ ਸਿੱਖ ਸਕਲ ਜੇ, ਜਿਹੜੇ ਦਰਸ਼ਨਾਂ ਦੀ ਇੱਛਾ ਕਾਂਖਸ਼ਾ ਵਾਲੇ ਸਾਰੇ ਸਿੱਖ ਹਨ। ਹਿਰਦੇ ਸੁੱਧ ਤਪ ਤਿਉ ਜਿਮ ਹੇਮ, ਉਹਨਾਂ ਦੇ ਹਿਰਦੇ ਸ਼ੁੱਧ ਹੋ ਜਾਂਦੇ ਐ, ਤਪਸ਼ ਜਿਹੜੀ ਹੈ ਉਹ ਮਿਟ ਜਾਂਦੀ ਹੈ ਜਿਵੇਂ ਹੇਮ, ਭਾਈ ਬਰਫ਼ ਦੇ ਪਹਾੜ ਤੇ ਜਾ ਕੇ ਤਪਸ਼ ਮਿਟ ਜੇ। ਨਮਰ ਹੋਏ ਕਰ ਬੈਠ ਗਏ ਢਿਗ, ਸਾਰੇ ਸਿੱਖ ਨਿਮਰਤਾ ਵਿੱਚ ਹੋ ਕੇ ਮਹਾਰਾਜ ਦੇ ਨੇੜੇ ਬੈਠ ਗਏ ਹਨ। ਜਿਨ ਕੇ ਮਨ ਸਿੱਖੀ ਕੋ ਨੇਮ, ਜਿਨ੍ਹਾਂ ਦੇ ਮਨ ਵਿੱਚ ਭਾਈ ਸਿੱਖੀ ਦਾ ਨੇਮ ਹੈ, ਭਾਵਨਾ ਹੈ। ਸੁਤ ਸ਼ਹਿਜ਼ਾਦੇ ਆਦ ਰਜਾਦੇ, ਫਿਰ ਭਾਈ ਜਿਹੜੇ ਪੁੱਤਰ ਸ਼ਹਿਜ਼ਾਦੇ ਇਤਿਆਦਿਕ ਰਜਾਦਾ, ਰਜਾਦੇ ਦਾ ਭਾਵ ਹੈ ਕੋਈ ਇੱਛਾਵਾਨ ਜਾਂ ਰਜਾਦਾ, ਇਹ ਵੀ ਹੈ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਕਿਹਾ। ਕਰਿਓ ਕੀਰਤਨ ਰਾਗ ਅਲਾਪ,
ਉਹਨਾਂ ਕੀਰਤਨ ਸ਼ੁਰੂ ਕਰ ਦਿੱਤਾ। ਰਾਗ ਆਲਾਪਿਆ ਹੈ। ਸ੍ਰੀ ਗੁਰ ਕੋ ਦਰਬਾਰ ਲੱਗਿਓ ਪਿਖ। ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ ਤਰ੍ਹਾਂ ਦਾ ਦਰਬਾਰ ਲੱਗਿਆ ਵੇਖ ਕੇ ਸਿੱਖਨ ਕੇ ਮਨ ਆਨੰਦ ਥਾਪ। ਸਿੱਖਾਂ ਦੇ ਮਨ ਵਿੱਚ ਭਾਈ ਆਨੰਦ ਸਥਾਪਨ ਹੁੰਦਾ ਹੈ, ਆਨੰਦ ਵੱਧਦਾ ਹੈ, ਪੈਦਾ ਹੁੰਦਾ ਹੈ। ਸੁਨੈ ਸ਼ਬਦ ਨਿਜ ਭਾਗ ਵੱਡੇ ਲਖ। ਗੁਰਬਾਣੀ ਸ਼ਬਦ ਸੁਣਦੇ ਨੇ, ਜਾਣਦੇ ਹਨ ਕਿ ਸਾਡੇ ਬਹੁਤ ਵੱਡੇ ਭਾਗ ਨੇ। ਬਿਦਰਿਓ ਜਹ ਕਹਿ ਗੁਰੂ ਪ੍ਰਤਾਪ। ਬਿਦਰਿਓ ਭਾਵ ਜਿੱਥੇ ਕਿੱਥੇ ਵੀ ਜਗ੍ਹਾ ਜਗ੍ਹਾ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਤਾਪ ਪ੍ਰਗਟ ਹੋਇਆ ਹੈ। ਥਾਪੋ ਥਾਪਨ ਸਭ ਏ ਸਮਰੱਥ। ਇਉਂ ਸਿੱਖ ਜਾਣਦੇ ਨੇ ਕਿ ਗੁਰੂ ਅਮਰਦਾਸ ਜੀ ਥਾਪ ਤੇ ਉਥਾਪਨ, ਥਾਪ ਕੇ ਉਥਾਪ ਕਰਨ ਵਾਲੇ, ਪਾਲਣਾ ਪੋਸ਼ਣਾ ਤੇ ਲੈਤਾ ਕਰਨ ਨੂੰ ਇਹ ਸਭ ਸਮਰੱਥ ਨੇ। ਪਾਪ ਕਲਾਪ ਖਾਪ ਹਰ ਜਾਪ। ਫਿਰ ਭਾਈ ਪਾਪ ਕਲਾਪ ਨਾਮ ਹੈ ਕਲਪਨਾ ਦਾ, ਉਹ ਸਾਰੀਆਂ ਹਰੀ ਦਾ ਜਾਪ ਕਰਕੇ ਖੱਪ ਜਾਂਦੀਆਂ ਹਨ। ਦੋਹਰਾ ਗੁਰਤਾ ਗਾਦੀ ਪਰ ਥਿਰੇ। ਤ੍ਰਿਤੀਓ ਰੂਪ ਨਵੀਨ। ਇਸ ਤਰ੍ਹਾਂ ਗੁਰਤਾ ਗੱਦੀ ਦੇ ਉੱਤੇ ਸਤਿਗੁਰੂ ਬਿਰਾਜਮਾਨ ਹੋ ਗਏ ਤੀਸਰਾ ਨਵੀਨ ਰੂਪ ਧਾਰ ਕਰਕੇ। ਬ੍ਰਿਧ ਸਿੱਖਨ ਸੋ ਮਿਲ ਤਬੈ। ਅਸ ਬਿਧ ਉਸਤਤ ਕੀਨ। ਬਾਬਾ ਬੁੱਢਾ ਜੀ ਨੇ ਸਿੱਖਾਂ ਨਾਲ ਮਿਲ ਕਰਕੇ ਫਿਰ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਮੰਗਲ ਦੇ ਰੂਪ ਵਿੱਚ ਜਿਵੇਂ ਆਰਤੀ ਰੂਪ ਉਸਤਤ ਕੀਤੀ ਹੈ। ਤਿਰਭੰਗੀ ਛੰਦ ਕਲ ਜੁਗ ਨਰ ਤਾਰਨ ਲਖ ਇਹ ਕਾਰਨ। ਇਹ ਉਪਮਾ ਕਰਦੇ ਆ ਕਿ ਕਲ ਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਇਹ ਕਾਰਨ ਜਾਣ ਕੇ ਧਨ ਕੋ ਧਾਰਨ ਕੀਨ ਪ੍ਰਭੋ। हे ਪਰਮੇਸ਼ਰ ਸਤਿਗੁਰੂ ਜੀ, ਤੁਸੀਂ ਇਹ ਸਰੀਰ ਧਾਰਨਾ ਕੀਤਾ ਹੈ। ਸਿੱਖਨ ਹਿਤਕਾਰੀ ਜਗ ਮਹਿ ਭਾਰੀ। ਤੁਸੀਂ ਸਿੱਖਾਂ ਦੇ ਹਿਤਕਾਰੀ ਹੋ, ਹਿਤ ਰੱਖਣ ਵਾਲੇ, ਜਗਤ ਦੇ ਵਿੱਚ ਸਭ ਤੋਂ ਵੱਡੇ ਹੋ। ਭਗਤ ਬਿਥਾਰੀ ਆਪ ਵਿਭੋ। ਤੇ ਆਪ ਤੁਸੀਂ ਸਾਰੇ ਭਗਤੀ ਦਾ ਵਿਸਥਾਰ ਕੀਤਾ। ਆਪ ਵਿਭੋ ਆਪਣਾ ਜਿਹੜਾ ਪ੍ਰਤਾਪ ਹੈ ਉਹ ਸਾਰੇ ਖਿਲਾਰਿਆ ਹੈ, ਪ੍ਰਕਾਸ਼ ਕੀਤਾ ਹੈ। ਦਾਸਨ ਸੁਖ ਦਾਤਾ ਪੁਰਖ ਵਿਧਾਤਾ। ਆਪਣੇ ਦਾਸਾਂ ਦੇ ਸਤਿਗੁਰੂ ਜੀ ਤੁਸੀਂ ਸੁਖ ਦਾਤੇ ਹੋ ਔਰ ਪੁਰਖ ਵਿਦਾਤੇ, ਸਿਰਜਣਹਾਰ ਵਿਦਾਤਾ ਕੀਏ ਫਲਵਰ ਦਾਤੇ ਹੋ। ਅਨ ਭੈ ਰਾਤਾ ਰੂਪ ਥਿਰੇ। ਔਰ ਭੈ ਦੇ ਨੂੰ ਦੂਰ, ਅਨ ਭੈ ਰਾਤਾ, ਔਰ ਜਿਹੜੇ ਹੋਰ ਭੈ ਤੇ ਆਦਿਕ ਨੇ ਉਹਨਾਂ ਨੂੰ ਦੂਰ ਕਰਨ ਵਾਲੇ। ਇਸ ਤਰ੍ਹਾਂ ਪ੍ਰੇਮ ਵਿੱਚ ਰਤੇ ਸਰੂਪ ਵਿੱਚ ਤੁਸੀਂ ਥਿਰੇ ਬਿਰਾਜਮਾਨ ਹੋ। ਜੈ ਜੈ ਗੁਰਦੇਵਾ ਅਲਖ ਭੇਵਾ। हे ਗੁਰੂਦੇਵ ਪਾਤਸ਼ਾਹ ਪ੍ਰਕਾਸ਼ ਰੂਪ ਸਤਿਗੁਰੂ ਜੀ, ਤੁਹਾਡੀ ਮਨ ਬਾਣੀ ਕਰਕੇ ਜੈ ਜੈਕਾਰ ਹੋਵੇ। ਤੁਸੀਂ ਅਲਖ ਨਾ ਲਖੇ ਜਾਣ ਵਾਲੇ ਸਰੂਪ ਭੇਵਾ। ਤੁਹਾਡੇ 'ਚ ਕੋਈ ਭੇਦ ਨਹੀਂ ਪਾਇਆ ਜਾਂ ਤੁਹਾਨੂੰ ਭੇਦਿਆ ਨਹੀਂ ਜਾ ਸਕਦਾ, ਜਾਂ ਪੂਰਨ ਤੌਰ ਤੇ ਕੋਈ ਭੇਦ ਨਹੀਂ ਪਾਇਆ ਜਾ ਸਕਦਾ। ਜਿਵੇਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਲੇਖ ਹੈ ਤੇ ਅਭੇਵ ਹੈ, ਇਹ ਸ਼ਬਦ ਆਉਂਦੇ ਹੈ। ਇਹ ਬ੍ਰਹਮ ਪਰਮਾਤਮਾ ਨਿਰਾਕਾਰ ਰਹੀ ਹੈ, ਤੋ ਇਹ ਨਿਰਾਕਾਰ ਦਾ ਹੀ ਸਰੂਪ ਸਤਿਗੁਰੂ ਹਨ। ਸੁਰ ਨਰ ਸੇਵਾ ਦੇਵ ਹਰੇ। ਤੇ हे ਪਰਮੇਸ਼ਰ ਗੁਰੂ ਮਹਾਰਾਜ ਜੀ, ਜਿਨਨੇ ਸੁਰ ਨਰ ਦੇ ਸੇਵਾ ਦੇਵ ਹਰੇ, ਸਾਰੇ ਦੇਵਤੇ ਕੀ ਇਤਿਆਦਿਕ ਹਰੀ ਤੱਕ ਸਾਰੇ ਹੀ ਸੁਰ ਨਰ ਅਸੁਰ ਵੀ ਤੁਹਾਡੀ ਸੇਵਾ ਕਰਦੇ ਨੇ।
ਕਲ ਆਲੁਖ ਨਿਕੰਦਨ ਜਗ ਗੁਰ ਬੰਦਨ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਕਾਲ ਆਲੁਖ ਨਿਕੰਦਨ, ਅਲੁਖ ਨਾਮ ਪਾਪਾਂ ਦਾ ਹੈ। ਇਹ ਕਲਯੁਗ ਦੇ ਵਿੱਚ ਨਿਕੰਦਨ ਕੀ ਇਹ ਕੱਟਣਾ, ਤੁਸੀਂ ਪਾਪਾਂ ਨੂੰ ਕੱਟਣ ਵਾਲੇ ਹੋ। ਜਗ ਗੁਰ ਬੰਦਨ, ਤੇ ਜਗਤ ਦੇ ਇਹ ਸਤਿਗੁਰੂ ਜੀ ਬੰਦਨਾ ਜੋਗ ਹੋ। ਤਾਰੋ ਮੰਦਨ ਕਰ ਕਰਨਾ, ਕਿਰਪਾ ਕਰਕੇ ਸਾਨੂੰ ਮੰਦ ਬੁੱਧੀ ਵਾਲਿਆਂ ਨੂੰ ਵੀ, ਥੋੜੀ ਮੱਤ ਵਾਲਿਆਂ ਨੂੰ ਵੀ ਤਾਰਨਾ ਕਰੋ, ਜਾਂ ਆਪ ਜੀ ਤਾਰਦੇ ਹੋ। ਸਭ ਹਨ ਕੇ ਸੁਆਮੀ ਅੰਤਰ ਜਾਮੀ, ਹੇ ਸਭ ਦੇ ਮਾਲਕ, ਸਭ ਦੇ ਅੰਦਰ ਦੀ ਜਾਣਨ ਵਾਲੇ। ਨਿਤ ਨਿਸਕਾਮੀ ਦੁੱਖ ਦਰਨਾ, ਤੇ ਤੁਸੀਂ ਹਮੇਸ਼ਾ ਬਿਨਾਂ ਕਿਸੇ ਕਾਮਨਾ ਤੋਂ, ਬਿਨਾਂ ਕਿਸੇ ਇੱਛਾ ਤੋਂ ਆਪਣਿਆਂ ਸੇਵਕਾਂ ਦੇ ਦੁੱਖਾਂ ਨੂੰ ਦਰਨਾ ਭਾਵ ਦਲਣਾ, ਦਲ ਦਿੰਦੇ ਹੋ, ਨਾਸ਼ ਕਰਦੇ ਹੋ। ਔਰ ਇੱਛਾ ਪੂਰਨ ਸੰਕਟ ਚੂਰਨ, ਫਿਰ ਆਪਣਿਆਂ ਸੇਵਕਾਂ ਦੀ ਹਿਰਦੇ ਦੀ ਇੱਛਾ ਪੂਰੀ ਕਰਨ ਵਾਲੇ ਹੋ। ਸੰਕਟ ਚੂਰਨ, ਜਿਹੜੇ ਸੰਕਟ ਦੁੱਖ ਨੇ ਉਹਨਾਂ ਨੂੰ ਚੂਰਨ ਕਰਨ ਵਾਲੇ ਹੋ। ਦਾਸਨ ਚੂਰਨ ਦੇ ਸਰਨਾ, ਹੁਣ ਇੱਥੇ ਚੂਰਨ ਦਾ ਅਰਥ ਦੋ ਵਾਰੀ ਸ਼ਬਦ ਆ ਗਿਆ ਤੇ ਅਰਥ ਵੱਖਰੇ ਵੱਖਰੇ। ਇੱਕ ਹੁੰਦਾ ਚੂਰਨ, ਜਿਵੇਂ ਆਪਾਂ ਕਹਿੰਦੇ ਵੀ ਜਮਾ ਚੂਰਾ ਕਰਤਾ, ਖਤਮ ਕਰਤਾ, ਵੀ ਉਹ ਤਾਂ ਚੂਰਾ ਬਣਾਤੀ, ਹੁਣ ਨਹੀਂ ਕਿਸੇ ਕੰਮ। ਇਸ ਤਰ੍ਹਾਂ ਸੰਕਟ ਨੂੰ ਤੁਸੀਂ ਚੂਰਨ ਵਾਲੇ ਹੋ, ਵਿਪਤਾ ਜਿਹੜੀ ਆ ਉਹਨੂੰ ਦੂਰ ਕਰਨ ਵਾਲੇ, ਉਹਦਾ ਚੂਰਨ ਕਰ ਦਿੰਦੇ ਹੋ। ਦਾਸਨ ਚੂਰਨ ਦੇ ਸਰਨਾ, ਇੱਕ ਹੁੰਦਾ ਚੂਰਨ, ਜਿਵੇਂ ਆਪਾਂ ਕਹਿ ਵੀ ਅੰਨ ਪਾਣੀ ਛਕ ਲਿਆ ਤੇ ਚੂਰਨ ਲੈ ਲਿਆ, ਪੇਟ ਠੀਕ ਹੋ ਜੂ, ਹਾਜ਼ਮਾ ਦਰੁਸਤ। ਇਸ ਤਰ੍ਹਾਂ ਆਪਣੇ ਸੇਵਕਾਂ ਨੂੰ ਤੁਸੀਂ ਜਿਹੜਾ ਹੈ ਸ਼ਰਨ ਵਿੱਚ ਲੈ ਕੇ ਉਹਨਾਂ ਨੂੰ ਆਤਮਿਕ ਚੂਰਨ ਬਖਸ਼ਦੇ ਹੋ। ਜੈ ਜੈ ਗੁਰ ਅਮਰੰ ਪਤ ਸਭ ਅਮਰੰ, ਹੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡੀ ਜੈ ਜੈਕਾਰ ਹੋਵੇ। ਇੱਥੇ ਵੀ ਅਮਰੰ ਸ਼ਬਦ ਜਿਹੜਾ ਇਹਦੇ ਵਿੱਚ 3 ਵਾਰ ਆ ਗਿਆ। ਜੈ ਜੈ ਗੁਰ ਅਮਰੰ, ਇਹਦਾ ਅਮਰੰ ਦਾ ਅਰਥ ਹੈ ਅਮਰਦਾਸ। ਇਹ ਹੇ ਗੁਰੂ ਅਮਰਦਾਸ, ਤੁਹਾਡੀ ਜੈ ਜੈਕਾਰ ਹੋਵੇ। ਪਤ ਸਭ ਅਮਰੰ, ਪਤ ਸਭ ਦਾ ਅਰਥ ਹੈ ਸਾਰੇ। ਅਮਰੰ ਦਾ ਇੱਥੇ ਅਰਥ ਹੈ ਅਮਰ ਦੇਵਤੇ, ਤੁਸੀਂ ਸਾਰੇ ਦੇਵਤਿਆਂ ਦੇ ਪਤੀ ਹੋ, ਸਰਮੌਰ ਹੋ। ਸਦ ਅਜ ਅਮਰੰ ਹਮ ਪਰਨਾ, ਫਿਰ ਸਦ ਅਜ ਅਮਰੰ ਹਮ ਪਰਨਾ, ਤੇ ਸਦਾ ਹੀ ਮਹਾਰਾਜ ਜੀ ਅਸੀਂ ਅੱਜ ਭਾਵ ਜੋ ਆ ਜੱਜੇ ਦਾ ਅਰਥ ਹੈ ਜਨਮ, ਆੜਾ ਲੱਗ ਗਿਆ ਜੋ ਜਨਮ ਤੋਂ ਵੀ ਰਹਿਤ, ਤੁਸੀਂ ਮਹਾਰਾਜ ਹਮੇਸ਼ਾ ਜਨਮ ਤੋਂ ਰਹਿਤ ਹੋ। ਹਮ ਪਰਨਾ, ਤੇ ਇਸ ਤਰ੍ਹਾਂ ਮਹਾਰਾਜ ਅਸੀਂ ਹਮ ਪਰਨਾ ਤੁਹਾਡੇ ਆਸਰੇ ਹਾਂ। ਪਾਦੜੀ ਛੰਦ ਇਸ ਭਾਂਤ ਸਿੱਖ ਸਭ ਸਤ ਤੁਕੀਨ, ਇਸ ਤਰ੍ਹਾਂ ਭਾਈ ਸਿੱਖਾਂ ਸਮੇਤ ਬਾਬਾ ਬੁੱਢਾ ਜੀ ਹੋਰ ਸਭ ਸਿੱਖਾਂ ਨੇ ਉਸਤਤੀ ਕੀਤੀ ਹੈ। ਇਮ ਦੇਹੋ ਦਰਸ ਹਮ ਕੋ ਪ੍ਰਬੀਨ, ਇਹ ਕਿਹਾ ਵੀ ਇਹ ਸਭ ਤੋਂ ਪ੍ਰਬੀਨ ਸਤਿਗੁਰੂ, ਇਸੇ ਤਰ੍ਹਾਂ ਹੀ ਸਾਨੂੰ ਮਹਾਰਾਜ ਦਰਸ਼ਨ ਬਖਸ਼ਦੇ ਰਹੋ। ਦਾਸਨ ਮਝਾਰ ਬੈਠੋ ਸਦੀਵ, ਹਮੇਸ਼ਾ ਹੀ ਸਤਿਗੁਰੂ ਆਪਣੇ ਸੇਵਕਾਂ ਦੇ ਤੁਸੀਂ ਵਿੱਚ ਬੈਠੋ। ਸਭ ਕੋ ਆਲੰਬ ਅਬ ਆਪ ਥੀਵ, ਸਾਡੇ ਸਭ ਦਾ ਆਸਰਾ ਹੁਣ ਮਹਾਰਾਜ ਤੁਸੀਂ ਹੀ ਹੋ। ਸ੍ਰੀ ਨਾਨਕ ਅੰਗਦ ਰੂਪ ਦੋਏ, ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ, ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੋਏ ਸਰੂਪ। ਨਿਜ ਲੋਕ ਗਵਨ ਬੈਕੁੰਠ ਸੋਏ, ਉਹ ਆਪਣੇ ਨਿਜ ਲੋਕ ਸੱਚਖੰਡ ਗਵਨ ਕਰ ਗਏ ਬੈਕੁੰਠ ਵਿੱਚ। ਗੁਰ ਭਏ ਆਪ ਤਿਨ ਕੇ ਸਥਾਨ, ਤੇ ਉਹਨਾਂ ਦੀ ਜਗ੍ਹਾ ਤੇ ਮਹਾਰਾਜ ਹੁਣ ਤੁਸੀਂ ਆਪ ਗੁਰੂ ਰੂਪ ਹੋ। ਦੇਹੋ ਨਾਮ ਦਾਨ ਤਾਰੋ ਜਹਾਨ,
ਕਿ ਨਾਮ ਦੀ ਦਾਤ ਦੇ ਕਰਕੇ ਇਸ ਜਹਾਨ ਜਗਤ ਨੂੰ ਕਿਰਪਾ ਕਰੋ ਸਤਿਗੁਰੂ ਜੀ, ਤਾਰਨਾ ਕਰੋ। ਸੁਨ ਬਿਨੈ ਸਭਨ ਦੇ, ਸੁਨ ਬਿਨੈ ਸਭਨ ਤੇ ਉਚਿਤ ਜੋਏ। ਹੁਣ ਇਹ ਬੇਨਤੀਆਂ ਜੋ ਉਚਿਤ ਸਾਰਿਆਂ ਤੋਂ ਸੁਣ ਕਰਕੇ ਮੁਖ ਭਨਿਓ ਭਲੇ ਇਹ ਰੀਤ ਹੋਏ। ਤਾਂ ਮੁਖੋਂ ਸਤਿਗੁਰਾਂ ਨੇ ਬਚਨ ਕਿਹਾ, ਭਾਈ ਇਹ ਰੀਤ ਭਲੀ ਹੀ ਹੋਵੇਗੀ, ਭਾਵ ਇਸੇ ਤਰ੍ਹਾਂ ਹੀ ਹੋਵੇਗਾ। ਸਿੱਖਨ ਮਝਾਰ ਹਮਰੋ ਨਿਵਾਸ, ਭਾਈ ਗੁਰ ਸਿੱਖਾਂ ਦੇ ਵਿੱਚ ਹੀ ਸਾਡਾ ਨਿਵਾਸ ਹੈ। ਚਿਤ ਚਹਿਤ ਸਦਾ ਪੂਰੋਂ ਸੋ ਆਸ, ਅਸੀਂ ਹਮੇਸ਼ਾ ਚਿੱਤ ਵਿੱਚ ਹੀ ਚਾਹੁੰਦੇ ਹਾਂ ਆਪਣੇ ਸੇਵਕਾਂ ਦੀਆਂ ਆਸਾਂ ਪੂਰੀਆਂ ਕਰਨੀਆਂ। ਕਰ ਬਚ ਬਿਲਾਸ ਬਹੁ ਵਿਧ ਪ੍ਰਕਾਰ, ਇਸ ਤਰ੍ਹਾਂ ਬਹੁਤ ਤਰ੍ਹਾਂ ਦੇ ਜਿਹੜੇ ਬਚਨ ਬਿਲਾਸ ਕਰਕੇ ਦੇ ਧੀਰ ਸਿੱਖਨ ਗੁਰ ਦਇਆਰ। ਇਸ ਤਰ੍ਹਾਂ ਭਾਈ ਗੁਰ ਸਿੱਖਾਂ ਨੂੰ ਦਿਆਲੂ ਸਤਿਗੁਰੂ ਜੀ ਨੇ ਧੀਰਜ ਦਿੱਤਾ ਹੈ। ਏਮ ਨਿਤ ਹੈ ਪ੍ਰਤ ਦਰਸ਼ਨ ਦੇਤ, ਇਹ ਗੁਰੂ ਮਹਾਰਾਜ ਇਸੇ ਤਰ੍ਹਾਂ ਹੁਣ ਨਿਤਾ ਪ੍ਰਤੀ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਸੁਨ ਆਹੇ ਸੰਗਤਾਂ ਬਹੁ ਨਿਕੇਤ, ਤੇ ਸੰਗਤਾਂ ਭਾਈ ਬਹੁਤ ਆਪਣੇ ਘਰਾਂ ਤੋਂ ਇੱਥੇ ਆਉਂਦੀਆਂ ਗੋਂਦਵਾਲ ਸਾਹਿਬ, ਜਿਨ੍ਹਾਂ ਨੂੰ ਪਤਾ ਲੱਗਦਾ ਸੁਣ ਸੁਣ ਕੇ। ਦੋਹਰਾ ਤੇ ਪਾਛੈ ਸ੍ਰੀ ਸਤਿਗੁਰੂ, ਕੀਨੋ ਜਸ ਵਿਵਹਾਰ। ਹੁਣ ਇਸ ਤਰ੍ਹਾਂ ਭਾਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਫਿਰ ਭਾਈ ਸ੍ਰੀ ਸਤਿਗੁਰੂ ਅਮਰਦਾਸ ਜੀ ਨੇ ਜਿਸ ਤਰ੍ਹਾਂ ਦਾ ਵਿਵਹਾਰ ਮਰਜ਼ਾਦਾ ਉਹਨਾਂ ਦੇ ਜੀਵਨ ਦੀ ਜੋ ਨਾ ਕੀਤੀ। ਪ੍ਰੇਮ ਹਰੀ ਸੁਨ ਪ੍ਰੇਮ ਸੋ, ਗੁਰ ਕਾ ਨਿਤ ਅਚਾਰ। ਹੇ ਪ੍ਰੇਮ ਹਰੀ, ਹਰੀ ਦਾ ਅਰਥ ਇੱਥੇ ਆ ਗਿਆ ਸਿੰਘ, ਭਾਵ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਐ ਬਾਬਾ ਪ੍ਰੇਮ ਸਿੰਘ ਬੇਦੀ, ਸੁਣੋ ਪ੍ਰੇਮ ਨਾਲ। ਜੋ ਹੁਣ ਗੁਰ ਕਾ ਨਿਤ ਅਚਾਰ, ਅਚਾਰ ਦਾ ਅਰਥ ਹੈ ਆਚਰਣ, ਵਿਵਹਾਰ। ਕਿ ਜੋ ਨਿਤ ਦਾ ਵਿਵਹਾਰ, ਨਿਤ ਦਾ ਆਚਰਣ ਹੈ ਗੁਰੂ ਸਾਹਿਬ ਦਾ, ਉਹ ਭਾਈ ਤੁਹਾਨੂੰ ਸੁਣਾਉਂਦੇ ਹਾਂ। ਜੋ ਮਹਾਰਾਜ ਦੇ ਰੋਜ਼ ਦਾ ਕਰਤੱਵ ਹੈ। ਨਿਛਾਨੀ ਛੰਦ ਡੇਢ ਜਾਮ ਨਿਸਕੇ ਰਹੈ, ਜਦੋਂ ਭਾਈ ਡੇਢ ਪਹਿਰ ਰਾਤ ਦਾ ਰਹਿ ਜਾਂਦਾ ਹੋਏ ਅੰਮ੍ਰਿਤ ਵੇਲਾ, ਤੇ ਫਿਰ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਤਬ ਜਾਗੈ ਸ੍ਰੀ ਸਤਿਗੁਰੂ, ਤਦ ਭਾਈ ਸ੍ਰੀ ਗੁਰੂ ਅਮਰਦਾਸ ਜੀ ਜਾਗਦੇ ਨੇ। ਲਖ ਭਜਨ ਸੁਹੇਲਾ, ਇਹ ਜਾਣ ਕੇ ਕਿ ਜੋ ਪਰਮੇਸ਼ਰ ਦਾ ਭਜਨ ਹੈ ਉਹ ਸੁਖਦਾਈ ਹੈ। ਬੱਲੂ ਸੇਵਕ ਰਹੇ ਢਿੱਗ, ਇੱਕ ਭਾਈ ਬੱਲੂ ਮਹਾਰਾਜ ਦਾ ਗੜਵਈ ਸੀ, ਜਿਹੜਾ ਹਮੇਸ਼ਾ ਮਹਾਰਾਜ ਦੇ ਨਾਲ ਰਹਿੰਦਾ ਹੁੰਦਾ ਸੀ, ਉਹ ਕੋਲ ਰਹਿੰਦਾ ਹੈ। ਢਿੱਗ ਜਲ ਕੋ ਉੱਠ ਜਾਵੇ, ਤੇ ਰੋਜ਼ ਮਹਾਰਾਜ ਦੇ ਵਾਸਤੇ ਜਲ ਲੈ ਕੇ ਆਉਣਾ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ, ਗੁਰੂ ਮਹਾਰਾਜ ਦਾ ਪ੍ਰਸ਼ਾਦਾ ਪਾਣੀ। ਇਹ ਭਾਈ ਬੱਲੂ ਜੀ ਜਿਹੜੇ ਐ ਇਹੀ ਕਰਦੇ ਹੁੰਦੇ ਸਨ। ਤੇ ਕੁਝ ਇਤਿਹਾਸਕਾਰਾਂ ਨੇ ਇਸ ਤਰ੍ਹਾਂ, ਮੇਰੇ ਹੁਣ ਉਹ ਧਿਆਨ ਚੋਂ ਪੁਸਤਕ ਦਾ ਨਾਂ ਵਿਸਰ ਗਿਆ, ਇਹਨਾਂ ਨੂੰ ਡੱਲੇ ਪਿੰਡ ਦੇ ਲਿਖਿਆ ਹੈ। ਇਹ ਡੱਲੇ ਨਗਰ ਦੇ ਸਨ ਭਾਈ ਬੱਲੂ ਜੀ, ਤੇ ਇਹਨਾਂ ਦਾ ਜਿਹੜਾ ਫਿਰ ਪਿਛੋਕੜ ਵੀ ਹੈ ਉਹ ਭਾਈ ਬੱਲੂ ਜੀ ਦਾ ਇੱਕ ਖੇਤੀਬਾੜੀ ਕਰਨ ਵਾਲੇ ਜੱਟ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ। ਕਿ ਮਹਾਰਾਜ ਦੇ ਕੋਲ ਬੱਲੂ ਸੇਵਕ ਰਹੇ ਢਿੱਗ, ਹਮੇਸ਼ਾ ਕੋਲ ਰਹਿੰਦੇ ਹਨ। ਜਲ ਕੋ ਉੱਠ ਜਾਵੇ, ਉਹ ਜਲ ਲਿਆਉਣ ਲਈ ਉੱਠ ਕੇ ਜਾਂਦੇ। ਸਲਤਾ ਤੇ ਭਰ ਕਲਸ ਕੋ, ਤੇ ਜੋ ਦਰਿਆ ਹੈ ਉੱਥੋਂ ਗਾਗਰ ਭਰ ਕੇ ਮੱਜਨ ਕਰਵਾਵੇ।
ਸਤਿਗੁਰੂ ਜੀ ਦਾ ਇਸ਼ਨਾਨ ਕਰਾਉਂਦੇ ਹਨ। ਪੁਨਹ ਪਹਿਰ ਸਭ ਬਸਨ ਕੋ, ਫਿਰ ਭਾਈ ਸਾਰੇ ਮਹਾਰਾਜ ਬਸਤਰ ਇਤਿਆਦਿਕ ਪਹਿਨ ਕੇ, ਜਿਨ ਨਾਮ ਭਲੇਰਾ, ਜਿਨ੍ਹਾਂ ਦਾ ਭਾਈ ਬਹੁਤ ਭਲਾ ਨਾਮ ਹੈ, ਬਹੁਰ ਸਿੰਘਾਸਨ ਪਰ ਥਿਰ ਹੈ। ਫਿਰ ਮਹਾਰਾਜ ਜੀ ਆ ਕੇ ਆਪਣੇ ਸਿੰਘਾਸਣ ਦੇ ਉੱਤੇ ਬੈਠ ਜਾਂਦੇ ਹਨ। ਇੱਕ ਮਨ ਤਿਸ ਬੇਰਾ, ਉਸ ਵੇਲੇ ਇੱਕ ਮਨ ਹੋ ਕੇ ਨਿਜ ਆਨੰਦ ਮਹਿ ਲੀਨ ਹੋਏ, ਆਪਣੇ ਨਿਜ ਆਨੰਦ ਬ੍ਰਹਮ ਦੇ ਵਿੱਚ ਲੀਨ ਹੋ ਕੇ ਲੱਗ ਸਹਿਜ ਸਮਾਧਾ, ਤੇ ਸਹਿਜ ਸਮਾਧੀ ਸਤਿਗੁਰੂ ਦੀ ਲੱਗ ਜਾਂਦੀ। ਜੋਗੀ ਸ਼ਿਵ ਬ੍ਰਹਮਾਦਿ ਸਭ, ਜਿਨਨੇ ਜੋਗੀ ਹੈ ਸ਼ਿਵ ਬ੍ਰਹਮਾ ਇਤਿਆਦਿਕ ਸਾਰੇ, ਜਿਸ ਕਰਹਿ ਅਰਾਧਾ, ਜਿਸ ਭਾਈ ਸਤਿਗੁਰੂ ਨੂੰ ਹੀ ਅਰਾਧਦੇ ਹਨ। ਪ੍ਰਾਤ ਹੋਤ ਲਗ ਇਸੀ ਬਿਦ, ਸਵੇਰ ਹੋਣ ਤੱਕ ਪ੍ਰਾਤਾ ਕਾਲ ਕਹਿੰਦੇ ਪਉ ਪਟਾਲੇ ਨੂੰ। ਇਸੇ ਤਰ੍ਹਾਂ ਹੀ ਇਸ ਸਥਿਰਤਾ ਭਾਵੈ, ਇੱਕ ਰਸ ਮਹਾਰਾਜ ਸਥਿਰਤਾ ਭਾਵ ਡੋਲਤਾ ਵਿੱਚ ਬੈਠੇ ਰਹਿੰਦੇ। ਬਹੁਰ ਰਬਾਬੀ ਆਏ ਕਰ, ਫਿਰ ਰਬਾਬੀ ਆ ਜਾਂਦੇ ਹਨ। ਉਹ ਆ ਕੇ ਗੁਰ ਸ਼ਬਦ ਸੋ ਗਾਵੈ, ਗੁਰੂ ਬਾਣੀ ਸ਼ਬਦ ਨੂੰ ਗਾਉਂਦੇ ਹਨ। ਅਨਕ ਰੀਤ ਕੇ ਰਾਗ ਸੋ, ਅਨੇਕਾਂ ਰੀਤਾਂ ਤੇ ਰਾਗਾਂ ਦੇ ਸੁਨ ਆਨੰਦ ਬਿਲੰਦੇ। ਇਹ ਭਾਈ ਆਨੰਦ, ਮਹਾਨ ਆਨੰਦ ਵਿੱਚ ਜਿਹੜਾ ਹੈ ਸੁਣਨ ਵਾਲੇ ਸਰੋਤੇ ਸੁਣਦੇ ਹਨ। ਮਨੋ ਮਦਰ ਧੁਨ ਗਰਜਤੇ, ਇਉਂ ਜਸ ਕਰਦੇ ਆ ਮਨ ਨੂੰ ਬਹੁਤ ਮਿੱਠੀ ਧੁਨ ਦੇ ਵਿੱਚ। ਇਉਂ ਭਾਈ ਜਿਵੇਂ ਕੋਈ ਬੱਦਲ ਗਰਜਦਾ ਹੈ, ਜਿਉਂ ਮੋਰ ਸੁਹੰਤੇ, ਤੇ ਜਿਵੇਂ ਫਿਰ ਮੋਰ ਕੂਕਦੇ ਆ ਸੋਭਾ ਪਾਉਂਦੇ ਹਨ। ਲੀਨ ਸਿੱਖਨ ਮਨ ਗੁਰ ਚਰਨ, ਸਿੱਖਾਂ ਦਾ ਜਿਹੜਾ ਮਨ ਹੈ ਗੁਰੂ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ। ਅਸ ਅੰਮ੍ਰਿਤ ਵੇਲਾ, ਇਸ ਤਰ੍ਹਾਂ ਜੋ ਅੰਮ੍ਰਿਤ ਵੇਲੇ ਦੇ ਸਮੇਂ ਅੰਮ੍ਰਿਤ ਵਰਖਤ ਗੁਰ ਨਿਕਟ, ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਕੋਲ ਭਾਈ ਸਭ ਤੇ ਅੰਮ੍ਰਿਤ ਦੀ ਹੋਈ ਵਰਖਾ ਹੁੰਦੀ ਹੈ। ਸੁਨ ਹੋਤ ਸੁਹੇਲਾ, ਜੋ ਉੱਥੇ ਬੈਠ ਕੇ ਸੁਣਦੇ ਆ ਸਭ ਸੁਖਦਾਈ ਸੁਹੇਲੇ ਹੁੰਦੇ ਹਨ। ਜਿਨ ਕੇ ਸ਼ੁਭ ਵੱਡ ਭਾਗ ਹੈ, ਇਹ ਫਿਰ ਜਾਣੋ ਜਿਨ੍ਹਾਂ ਦੇ ਚੰਗੇ ਔਰ ਸ਼ੁਭ ਵੱਡੇ ਭਾਗ ਹਨ। ਪਹੁੰਚੈ ਤਿਸ ਕਾਲਾ, ਉਹ ਫਿਰ ਉਸ ਸਮੇਂ ਸਤਸੰਗ ਵਿੱਚ ਪਹੁੰਚਦੇ ਹਨ। ਜਿਮ ਸਮੁੰਦਰ ਕੀ ਝਾਲ ਤੇ, ਜਿਵੇਂ ਗੁਰਮੁਖੋ ਸਮੁੰਦਰ ਦੀ ਝਾਲ ਤੋਂ ਲਹਿ ਰਤਨ ਵਿਸਾਲਾ, ਜਿਹੜੇ ਸਮੁੰਦਰ ਦੀਆਂ ਝਾਲਾਂ ਝੱਲ ਲੈਂਦੇ ਨੇ ਟੁੱਬੀਆਂ ਮਾਰ ਮਾਰ ਕੇ, ਉਹ ਫਿਰ ਮਹਾਨ ਰਤਨ ਪ੍ਰਾਪਤ ਕਰ ਲੈਂਦੇ ਹਨ। ਇਸੇ ਤਰ੍ਹਾਂ ਗੁਰਸਿੱਖ ਗੁਰੂ ਉਪਦੇਸ਼ ਨੂੰ ਪ੍ਰਾਪਤ ਕਰਦੇ ਹਨ। ਪਰਮ ਪ੍ਰੇਮ ਉਮ ਗਹਿ ਹਿਰਦੈ, ਬਹੁਤ ਹੀ ਮਹਾਨ ਵੱਡਾ ਪ੍ਰੇਮ ਹਿਰਦੇ ਵਿੱਚ ਉਮ ਗਹਿ ਪ੍ਰਗਟ ਹੁੰਦਾ ਹੈ। ਸਿਮਰਹਿ ਸਤਿਨਾਮੁ, ਗੁਰਸਿੱਖ ਸੱਚੇ ਨਾਮ ਪਰਮੇਸ਼ਰ ਦਾ ਨਾਮ ਸਿਮਰਦੇ ਹਨ। ਮਿਥਿਆ ਲਖ ਪਰਪੰਚ ਕੋ, ਪਰਪੰਚ ਕਹਿੰਦੇ ਆ ਸੰਸਾਰ ਦਾ ਪਸਾਰਾ, ਇਹਨੂੰ ਭਾਈ ਸਭ ਮਿਥਿਆ ਜਾਣ ਕੇ ਇੱਕ ਥਲ ਵਿਸਰਾਮੁ, ਇੱਕ ਥਲ ਸੁਰਤੀ ਵਿਸਰਾਮ ਜਿਹੜੀ ਆ ਸੁਰਤੀ ਟਿਕਾਉਂਦੇ ਹਨ। ਦਿਵਸ ਚੜੇ ਇਸ ਰੀਤ ਸੋ, ਇਉਂ ਦਿਨ ਚੜੇ ਤੱਕ ਇਸੇ ਤਰ੍ਹਾਂ ਮਰਜ਼ਾਦਾ ਸਹਿਤ ਹੋਏ ਆਨੰਦ ਬਿਲਾਸਾ, ਮਹਾਨ ਆਨੰਦ ਖੁਸ਼ੀ ਖੇੜਾ ਹੁੰਦਾ ਹੈ। ਤਬ ਸੰਗਤ ਸਗਰੀ ਮਿਲ ਹੈ, ਸਾਰੀ ਸੰਗਤ ਫਿਰ ਇਕੱਠੀ ਮਿਲ ਜਾਂਦੀ ਹੈ, ਇਕੱਠੀ ਹੁੰਦੀ। ਹੋਏ ਪਰਮ ਪ੍ਰਕਾਸ਼ਾ, ਤੇ ਮਹਾਨ ਵੱਡਾ ਪ੍ਰਕਾਸ਼ ਹੁੰਦਾ ਹੈ। ਪਰਮੇਸ਼ਰ ਕੀ ਦਿਸ ਰਿਦਾ, ਤੋ ਜਿਹਦਾ ਭਾਈ ਹਿਰਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਵੱਲ ਅਭਿਲਾਖਤ ਜੋਈ, ਜਿਨ੍ਹਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਅਭਿਲਾਸ਼ਾ ਹੈ। ਹੋਏ ਪ੍ਰਸੰਨ ਤਿਸ ਪਰ ਅਧਿਕ,
ਉਹਦੇ ਤੇ ਫਿਰ ਗੁਰੂ ਸਾਹਿਬ ਜੀ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ। ਪ੍ਰਭ ਪ੍ਰਾਪਤ ਸੋਈ, ਉਹੀ ਪਰਮੇਸ਼ਰ ਨੂੰ ਦੀ ਪ੍ਰਾਪਤੀ ਕਰਦਾ ਹੈ। ਸੁਮਗ ਬਤਾਏ ਨਿਹਾਲ ਕਰ, ਸੁਮਗ ਮਗ ਨਾਮ ਰਸਤੇ ਦਾ ਹੈ। ਫਿਰ ਭਾਈ ਜਿਹੜਾ ਇਹ ਸ੍ਰੇਸ਼ਟ ਰਸਤਾ ਹੈ ਵਾਹਿਗੁਰੂ ਦਾ, ਇਹ ਦੱਸ ਕੇ ਨਿਹਾਲ ਕਰਦੇ। ਤਤਕਾਲ ਆਨੰਦੇ, ਤੇ ਤਤਕਾਲ ਤੁਰੰਤ ਹੀ ਆਨੰਦ ਬਖਸ਼ਦੇ ਹਨ। ਸਿਮਰਨ ਕੀ ਔਰ ਲਿਵ ਲੱਗਹਿ, ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਉਹਨਾਂ ਦੀ ਭਾਈ ਹਿਰਦੇ ਦੀ ਜਿਹੜੀ ਅੰਦਰ ਸੁਰਤੀ ਲਿਵ ਹੈ ਸਿਮਰਨ ਵੱਲ ਲੱਗ ਜਾਂਦੀ। ਤਨ ਅਹੰ ਨਿਕੰਦੇ, ਤੇ ਜਿਹੜਾ ਤਨ ਦਾ ਅਹੰ ਹੈ ਹੰਕਾਰ ਹੈ ਇਹ ਨਿਕੰਦਿਆ ਜਾਂਦਾ, ਕੱਟਿਆ ਜਾਂਦਾ, ਦੂਰ ਕਰ ਦਿੰਦੇ ਹਨ। ਜੋ ਅਰਥੀ ਹੈ ਪਦਾਰਥਨ, ਜੋ ਅਰਥੀ ਹੈ ਪਦਾਰਥਨ, ਜਿਹੜੇ ਫਿਰ ਕੋਈ ਪਦਾਰਥੀ ਅਰਥ ਭਾਵ ਕੋਈ ਨਾ ਕੋਈ ਸੰਸਾਰੀ ਇੱਛਾ, ਦੁੱਧ ਪੁੱਤ ਧਨ ਲక్ష్ਮੀ ਸੰਸਾਰ ਵਿਹਾਰਾਂ ਦੀ ਇੱਛਾ ਵਾਲੇ ਵੀ ਆਉਂਦੇ ਹਨ ਮਹਾਰਾਜ ਕੋਲੇ। ਸਾਰੇ ਹੀ ਸੰਸਾਰੀ ਮੰਗਾਂ ਵੀ ਆਪਾਂ ਗੁਰੂ ਤੋਂ ਮੰਗਣੀ ਹੈ, ਲੋਕ ਦੀਆਂ ਵੀ ਪਰਲੋਕ ਦੀਆਂ ਵੀ। ਇਸ ਤਰ੍ਹਾਂ ਜੋ ਅਰਥੀ ਹੈ ਪਦਾਰਥਨ, ਜਿਹੜੇ ਭਾਈ ਪਦਾਰਥਾਂ ਦੇ ਅਰਥੀ ਹਨ, ਦਰਸ਼ਨ ਕੋ ਆਵੇ, ਉਹ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੇ। ਜਾਨ ਬਿਰਦ ਨਿਜ ਦੇਤ ਹੈ, ਤਾਂ ਮਹਾਰਾਜ ਆਪਣਾ ਬਿਰਦ ਜਾਣ ਕੇ, ਕਿਉਂਕਿ ਗੁਰੂ ਦਾ ਬਿਰਦ ਕੀ ਹੈ, ਬਿਰਦ ਦੇ ਅਰਥ ਨੇ ਸੁਭਾਅ, ਬਿਰਦ ਦੇ ਅਰਥ ਹੈ ਧਰਮ, ਅੰਗਰੇਜ਼ੀ ਚ ਇਹਨੂੰ ਕਹਿ ਦਿੰਦੇ ਹੈਬਿਟ। ਤੇ ਇਹ ਆਪਣਾ ਭਾਈ ਜਾਣ ਕਰਕੇ ਮਨ ਭਾਵਤ ਪਾਵੇ, ਗੁਰੂ ਸਾਹਿਬ ਜੀ ਬਿਰਦ ਜਾਣ ਕਰਕੇ ਬਖਸ਼ਿਸ਼ਾਂ ਕਰਦੇ ਐ। ਜਿਹੜਾ ਕੋਈ ਗੁਰਸਿੱਖ ਆਉਂਦਾ ਹੈ ਦਰਸ਼ਨਾਂ ਨੂੰ ਮਨ ਇੱਛਤ ਫਲ ਪਾਉਂਦਾ ਹੈ। ਇਸ ਪ੍ਰਕਾਰ ਮਧਿਆਨ ਲਓ, ਇਸ ਤਰ੍ਹਾਂ ਭਾਈ ਗੁਰੂ ਸਾਹਿਬ ਜੀ ਸਾਰੇ ਗੁਰ ਕਰ ਦਰਬਾਰਾ, ਸਭ ਵਿੱਚੋਂ ਗੁਰੂ ਸਾਹਿਬ ਦਰਬਾਰ ਲਾਉਂਦੇ। ਲੰਗਰ ਹੋਵੇ ਤਿਆਰ ਤਬ, ਫਿਰ ਉਦੋਂ ਨੂੰ ਸਵੇਰ ਦੇ ਸਮੇਂ ਦਾ ਜਿਹੜਾ ਲੰਗਰ ਪ੍ਰਸ਼ਾਦਾ ਉਹ ਤਿਆਰ ਹੋ ਜਾਂਦਾ ਹੈ। ਸਭ ਵਿਧ ਆਹਾਰਾ, ਸਭ ਤਰ੍ਹਾਂ ਦਾ ਆਹਾਰ ਤਿਆਰ ਹੁੰਦਾ ਹੈ। ਨਿਕਟ ਆਏ ਜਬ ਲਾਂਗਰੀ, ਤੇ ਲਾਂਗਰੀ ਰਸੋਈਆ ਜਦੋਂ ਕੋਲ ਆ ਕੇ ਭਾਖਤ ਅਰਦਾਸਾ, ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ। ਸੁਣ ਸ੍ਰੀ ਸਤਿਗੁਰ ਤਬ ਉਠੈ, ਤਾਂ ਸੁਣ ਕੇ ਭਾਈ ਸੁਭਾਏਮਾਨ ਸਤਿਗੁਰੂ ਜੀ ਫਿਰ ਉੱਠਦੇ ਹਨ। ਸੰਗ ਸੰਗਤ ਦਾਸਾ, ਨਾਲ ਸੰਗਤ ਹੈ ਸੇਵਕ ਹਨ। ਆਸ਼ਰਮ ਵਰਨ ਵਿਚਾਰ ਨਹਿ, ਫਿਰ ਉੱਥੇ ਕੋਈ ਆਸ਼ਰਮ ਨਹੀਂ ਵਿਚਾਰਿਆ ਜਾਂਦਾ ਵੀ ਇਹ ਬ੍ਰਾਨਪ੍ਰਸਤੀ ਹੈ, ਬ੍ਰਹਮਚਾਰੀ ਹੈ ਜਾਂ ਗ੍ਰਸਤੀ ਹੈ, ਨਹੀਂ। ਤੇ ਫਿਰ ਕੋਈ ਵਰਨਮ ਨਹੀਂ ਵਿਚਾਰਿਆ ਜਾਂਦਾ ਇਹ ਬ੍ਰਾਹਮਣਾਂ ਦੇ ਜੰਮਿਆ ਕਿ ਖੱਤਰੀਆਂ ਦੇ ਜੰਮਿਆ ਕਿ ਸ਼ੂਦਰ ਹੈ ਕਿ ਜਾਂ ਵੈਸ਼ ਹੈ। ਆਸ਼ਰਮ ਵਰਨ ਵਿਚਾਰ ਨਹੀਂ, ਗੁਰੂ ਕੇ ਲੰਗਰ ਵਿੱਚ ਕੋਈ ਵੀ ਵਿਚਾਰ ਨਹੀਂ ਹੋ ਸਕਦੀ। ਗੁਰੂ ਕੇ ਲੰਗਰ ਦੇ ਵਿੱਚ ਗੁਰਮੁਖੋ ਕੋਈ ਆਪਾਂ ਜਾਤੀ ਨਹੀਂ ਕਿਸੇ ਦੀ, ਇੱਥੋਂ ਤੱਕ ਕਿ ਗੁਰੂ ਕੇ ਲੰਗਰ ਵਿੱਚ ਧਰਮ ਵੀ ਨਹੀਂ ਪਰਖ ਸਕਦੇ। ਹਾਂ, ਜਿਹੜੀ ਹੈ ਸਫਾਈ ਪੱਖ, ਕਿ ਸਫਾਈ ਨਸ਼ੇ ਰਹਿਤ, ਇਹ ਜ਼ਰੂਰੀ ਹੈ, ਕਿਉਂਕਿ ਗੁਰੂ ਕੇ ਲੰਗਰ ਵਿੱਚ ਸਾਫ਼ ਸਹੀ ਸਲਾਮਤ ਆਉਣਾ ਔਰ ਨਸ਼ੇ ਤੋਂ ਰਹਿਤ ਗੁਰੂ ਘਰ ਦੀ ਇਹ ਮਰਜ਼ਾਦਾ ਹੈ। ਪਰ ਜਾਤੀ ਨਹੀਂ, ਜਾਂ ਕਿਹੜੀ ਜਾਤ ਦਾ ਇਹਦੇ ਕੋਲੇ ਮੈਂ ਇਹਨੂੰ ਕਿੱਥੇ ਬਿਠਾਉਣਾ ਹੈ। ਪਹਿਲਾਂ ਇਹ ਹੁੰਦੇ ਸੀ ਪੰਗਤਾਂ ਵੱਖਰੀਆਂ ਲੱਗਦੀਆਂ ਹੁੰਦੀਆਂ ਸੀ, ਬ੍ਰਾਹਮਣ ਦੀ ਵੱਖਰੀ ਪੰਗਤ, ਹੋਰਾਂ ਦੀਆਂ ਵੱਖਰੀਆਂ। ਲੇਕਿਨ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਸ਼ਰਮ ਵਰਨ ਵਿਚਾਰ ਨਹੀਂ, ਕੋਈ ਇਹਦੀ ਵਿਚਾਰ ਨਹੀਂ। ਇੱਕ ਪੰਗਤ ਬਹਿ ਹੈ, ਸਾਰੇ ਫਿਰ ਇੱਕ ਪੰਗਤ ਵਿੱਚ ਬਹਿ ਜਾਂਦੇ। ਇੱਕ ਸਮ ਰੰਕ ਰੋ ਰਾਵ ਕੋ, ਸਾਰੇ ਭਾਈ ਰੰਕ ਕਹੀਏ ਕੰਗਾਲ ਗਰੀਬ, ਰਾਵ ਕਹੀਏ ਰਾਜਾ, ਸਾਰੇ ਕੰਗਾਲ ਗਰੀਬ ਕੀ ਰਾਜਾ ਕੀ ਸਾਰਿਆਂ ਨੂੰ ਇੱਕ ਬਰਾਬਰ ਹੀ ਪਾਰੋਸੋ ਦੈ ਹੈ।
ਸਾਰਿਆਂ ਨੂੰ ਪਦਾਰਥ ਅੰਨ ਪਾਣੀ ਪਰੋਸਿਆ ਜਾਂਦਾ ਹੈ। ਲਾਉਣ ਬਿਨਾ ਹੋਏ ਓਗਰਾ। ਓਗਰਾ ਜਿਹੜਾ ਹੁਣ ਗੁਰੂ ਸਾਹਿਬ ਜੀ ਛਕਦੇ ਸੀ ਆਪਣੇ ਮਨ ਦੀ ਭਾਵਨਾ ਨਾਲ, ਉਹ ਮਹਾਰਾਜ ਨੂੰ ਤਿਆਰ ਹੁੰਦਾ ਸੀ। ਭਾਈ ਬੱਲੂ ਜੀ ਨੇ ਛਕਾਉਣਾ ਤੇ ਓਗਰਾ ਨਾਮ ਦਲੀਏ ਦਾ ਹੈ ਤੇ ਮਹਾਰਾਜ ਵਾਸਤੇ ਉਹਨਾਂ ਤਿਆਰ ਕਰਨਾ, ਕਿਉਂਕਿ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਲੂਣ ਤੋਂ ਬਿਨਾ ਇਹ ਓਗਰਾ ਛਕਦੇ ਹੁੰਦੇ ਸੀ। ਮਿੱਠਾ ਨਹੀਂ ਸੀ, ਲੂਣ ਨਹੀਂ, ਸਿਰਫ ਉਵੇਂ ਸਾਦਾ। ਲਾਉਣ ਬਿਨਾ ਹੋਏ ਓਗਰਾ, ਜੋ ਲੂਣ ਤੋਂ ਬਿਨਾ ਤਿਆਰ ਕੀਤਾ ਦਲੀਆ। ਸਤਿਗੁਰ ਸੋ ਖਾਵੇ, ਸਤਿਗੁਰੂ ਜੀ ਸਥਾਨ ਬੈਠ ਕਰਕੇ ਉਹ ਛਕਦੇ ਹਨ। ਅਲਪ ਅਚਹਿ ਰਹਿ ਛੁਧਾ ਜੁਤ, ਤੇ ਭਾਈ ਥੋੜਾ ਜਿਹਾ ਮਹਾਰਾਜ ਜਿਹੜਾ ਹੈ ਉਹ ਛਕਦੇ ਹੈ ਤੇ ਰਹਿ ਛੁਧਾ ਜੁਤ। ਛੁਧਾ ਨਾਮ ਭੁੱਖ ਦਾ ਹੈ। ਤੇ ਮਹਾਰਾਜ ਭਾਵੇਂ ਦੇਖੋ ਗ੍ਰੰਥਾਂ ਵਿੱਚ ਦੱਸਤਾ, ਛਕੋ ਕਿੰਨਾ ਖਾਣਾ ਚਾਹੀਦਾ ਹੈ, ਜਿੰਨੀ ਭੁੱਖ ਹੈ ਨਾ ਉਦੋਂ ਥੋੜਾ ਘੱਟ। ਕਿ ਜਦੋਂ ਵੀ ਅੰਨ ਪਾਣੀ ਛਕਣਾ ਹੈ ਉਹਨਾਂ ਕਿ ਥੋੜੀ ਜਿਹੀ ਭੁੱਖ ਰਹਿ ਜੇ। ਇਹ ਨਹੀਂ ਠੂਸ ਠੂਸ ਪਾ ਲੈਣਾ ਫਿਰ ਸੁੰਕੀ ਜਾਣਾ, ਫਿਰ ਅੰਮ੍ਰਿਤ ਵੇਲੇ ਕਿਵੇਂ ਉੱਠ ਖੜੂਗਾ ਜੀ? ਉਹ ਨਹੀਂ ਉੱਠ ਸਕਦਾ ਹੈ। ਉਹ ਤਾਂ ਪਤਾ ਹੀ ਨਹੀਂ ਲੱਗਣਾ ਉਹਨੂੰ। ਪਸ਼ੂਆਂ ਜੋ ਪੇਟ ਭਰਿਓ, ਪਸ਼ੂਆਂ ਜੋ ਸੋਇਓ। ਇਹ ਪਸ਼ੂ ਨਹੀਂ ਪਿਆ ਹੁੰਦਾ ਖਾ ਖੂ ਕੇ ਉਵੇਂ, ਕਈ ਉਵੇਂ ਸੌਂਦੇ ਆ, ਨਾ ਪਤਾ ਕਿੱਥੇ ਪਿਆ ਮੈਂ, ਕੌਣ ਹੈ, ਫੁਕਾਰੇ ਮਾਰਨੇ ਪਤਾ ਹੀ ਨਹੀਂ ਲੱਗਦਾ, ਸੁੰਕੀ ਜਾਣਾ। ਇੰਨਾ ਨਹੀਂ ਖਾਣਾ ਹੈ ਤੁਸੀਂ। ਇਹ ਕਈ ਹੁਣ ਕਹਿੰਦੇ ਵੀ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਜੀ, ਉਹਦਾ ਕਾਰਨ ਹੀ ਇਹ ਹੈ। ਭੁੱਖ ਰੱਖ ਕੇ ਰਾਤ ਨੂੰ ਖਾਓ, ਸਵੇਰੇ ਉੱਠਣਾ ਸੌਖਾ ਹੈ। ਅਲਪ ਅਚਹਿ ਰਹਿ ਛੁਧਾ ਜੁਤ, ਮਹਾਰਾਜ ਥੋੜਾ ਛਕਦੇ ਆ, ਭੁੱਖ ਸਹਿਤ ਰਹਿੰਦੇ ਹਨ। ਨਹਿ ਜਠਰ ਭਰਾਵੇ, ਮਹਾਰਾਜ ਪੇਟ ਨਹੀਂ ਭਰਦੇ। ਆਪਰ ਸਰਬ ਹੀ ਸੰਗਤਾਂ, ਬਾਕੀ ਭਾਈ ਸਾਰੀਆਂ ਜੋ ਸੰਗਤਾਂ ਹਨ। ਬਹੁਤ ਸਵਾਦ ਆਹਾਰਾ, ਉਹਨਾਂ ਲਈ ਬਹੁਤ ਸਵਾਦਿਸ਼ਟ ਭੋਜਨ ਪਦਾਰਥ ਹਨ, ਪਾਣੀ ਤਿਆਰ ਹੁੰਦਾ ਹੈ। ਭਾਂਤ ਭਾਂਤ ਕੇ ਅਚਤ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਦੇ ਨੇ। ਸੁਖ ਲਹਿਤ ਉਦਾਰਾ, ਤੇ ਛਕ ਕੇ ਮਹਾਨ ਸੁਖ ਲੈਂਦੇ ਹਨ। ਇਸ ਪ੍ਰਕਾਰ ਪ੍ਰਸਾਦ ਛਕ, ਇਸ ਤਰ੍ਹਾਂ ਭਾਈ ਫਿਰ ਸਵੇਰ ਦਾ ਜਿਹੜਾ ਪ੍ਰਸ਼ਾਦਾ ਹੈ ਉਹ ਛਕ ਕਰਕੇ ਸਭ ਡੇਰਨ ਜਾਵੇ। ਸਾਰੇ ਡੇਰਿਆਂ 'ਚ ਚਲੇ ਜਾਂਦੇ। ਡੇਰਾ ਭਾਵ ਜਿੱਥੇ ਸੰਗਤਾਂ ਆਉਂਦੀਆਂ ਸੀ, ਆਪਣਾ ਤੰਬੂ ਜਾਂ ਲਾ ਲੈਣਾ ਰਹਿਣ ਵਾਸਤੇ। ਹੌਲੀ ਹੌਲੀ ਤਾਂ ਫਿਰ ਕਮਰੇ ਬਣਦੇ ਗਏ। ਫਿਰ ਜਿਹੜਾ ਕੋਈ ਮੰਨ ਲਓ ਸਥਾਨ ਕਮਰਾ ਮਿਲਿਆ ਉੱਥੇ ਜਾ ਰਹਿਣਾ। ਇਉਂ ਸਾਰੇ ਆਪੋ ਆਪਣੀਆਂ ਜਗ੍ਹਾ ਡੇਰਿਆਂ ਵਿੱਚ ਚਲੇ ਜਾਂਦੇ ਹਨ। ਸਤਿਗੁਰ ਨਿਜ ਪਰੇ ਅੰਕ ਪਰ, ਸਤਿਗੁਰੂ ਜੀ ਫਿਰ ਆਪਣੇ ਪਲੰਗ ਪਰ ਵਿਸਰਾਮ ਕਰਾਵੇ, ਤੇ ਵਿਸ਼ਰਾਮ ਕਰਦੇ ਹਨ। ਦਿਨ ਕੇ ਚੌਥੇ ਭਾਗ ਮਹਿ, ਇਉਂ ਇੱਕ ਪਹਿਰ ਆਰਾਮ ਕਰਕੇ ਫਿਰ ਜਿਹੜਾ ਦਿਨ ਦਾ ਚੌਥਾ ਭਾਗ ਹੈ, 3 ਪਹਿਰ ਲੰਘਿਆਂ ਤੋਂ ਪੁਨ ਬੈਠੈ ਸੁਆਮੀ। ਫਿਰ ਮਾਲਕ ਸਤਿਗੁਰੂ ਜੀ ਜੋ ਆ ਕੇ ਸੰਗਤ ਵਿੱਚ ਬਹਿੰਦੇ ਹਨ। ਬ੍ਰਿਧ ਤੇ ਗਾਥਾ ਗੁਰ ਗਿਰਾ, ਇਹ ਬਾਬਾ ਬੁੱਢਾ ਜੀ ਨੂੰ ਕਹਿੰਦੇ ਆ, ਬਾਬਾ ਜੀ ਗੁਰੂ ਸਾਹਿਬਾਨਾਂ ਦੀ ਕਥਾ ਸੁਣਾਓ। ਸ਼ਾਮ ਦਾ ਇਹ ਉੱਥੋਂ ਹੀ ਮਰਜ਼ਾਦਾ ਚੱਲੀ ਹੈ। ਇਤਿਹਾਸ ਦੀ ਕਥਾ ਚੌਥੇ ਪਹਿਰ ਵਿੱਚ ਸ਼ਾਮ ਦੇ ਸਮੇਂ ਹੋਣੀ। ਇਸ ਕਰਕੇ ਤੁਸੀਂ ਜਿੱਥੇ ਵੀ ਸਥਾਨ ਤੇ ਜਾਓ, ਤਖਤਾਂ ਤੇ ਜਾਓ, ਵੱਡੇ ਸਥਾਨਾਂ ਤੇ ਜਾਓ, ਜਿਹੜੀ ਇਤਿਹਾਸ ਦੀ ਕਥਾ ਦੀ ਮਰਜ਼ਾਦਾ ਹੈ ਉਹ ਸ਼ਾਮ ਦੇ ਸਮੇਂ ਦੀ ਹੈ। ਇਸੇ ਸਮੇਂ ਲਗਭਗ ਸਾਰੇ ਹੁਣ ਆ ਜਿਹੜਾ ਟਾਈਮ ਹੈ ਕਥਾ ਇੱਥੇ ਹੋ ਰਹੀ ਹੈ। ਜਿੰਨੇ ਇਤਿਹਾਸਕ ਸਥਾਨ ਹੋਣਗੇ ਸਭ ਜਗ੍ਹਾ ਤੇ ਗੁਰਮੁਖੋ ਕਿਤੇ ਜੇ ਵੀ ਦੇਖੋ ਇਤਿਹਾਸ ਦੀ ਕਥਾ ਹੁੰਦੀ ਹੈ। ਉਦੋਂ ਦੀਆਂ ਇਹ ਮਰਜ਼ਾਦਾ ਚੱਲੀਆਂ ਹੋਈਆਂ। ਸਵੇਰ ਵੇਲੇ ਗੁਰੂ ਸਾਹਿਬਾਂ ਨੇ ਗੁਰਬਾਣੀ ਦੀ ਕਥਾ ਕਰਨੀ, ਆਪ ਉਪਦੇਸ਼ ਦੇਣਾ, ਤੇ ਸ਼ਾਮ ਨੂੰ ਕਥਾ ਸੁਣਨੀ। ਬਾਬਾ ਬੁੱਢਾ ਜੀ ਨੂੰ ਕਹਿੰਦੇ ਆ ਬ੍ਰਿਧ ਤੇ ਗਾਥਾ ਗੁਰ ਗਿਰਾ।
ਗੁਰੂ ਸਾਹਿਬ ਜੀ ਗੁਰੂ ਸਾਹਿਬਾਨਾਂ ਦੇ ਬਚਨ ਬਾਬਾ ਬੁੱਢਾ ਜੀ ਤੋਂ ਜੋ ਕਥਾ ਹੈ, ਸੋਨੇ ਅੰਤਰਜਾਮੀ ਸਤਿਗੁਰੂ ਜੀ ਸੁਣਦੇ ਐ। ਉਹ ਕਿਉਂ ਸੁਣਦੇ ਨੇ? ਮਹਾਰਾਜ ਤਾਂ ਹੁਣ ਉਹੀ ਰੂਪ ਹੈ, ਕਿਉਂਕਿ ਸੰਗਤਾਂ ਨੂੰ ਸੁਣਾਉਣਾ, ਸੰਗਤ ਦਾ ਭਲਾ ਕਰਨਾ ਹੈ ਨਾ। ਫਿਰ ਆਪ ਵੀ ਬੈਠਦੇ ਐ ਤੇ ਸੰਗਤ ਵੀ ਸਜਦੀ ਹੈ। ਬਾਬਾ ਬੁੱਢਾ ਜੀ ਇਤਿਹਾਸ ਸੁਣਾਉਂਦੇ ਹਨ। ਬਹੁਰ ਰਬਾਬੀ ਆਏ ਕਰ, ਫਿਰ ਉਸ ਉਪਰੰਤ ਰਬਾਬੀ ਆ ਜਾਂਦੇ ਹਨ। ਗੁਰ ਸ਼ਬਦ ਸੁਣਾਵੇ, ਗੁਰੂ ਸ਼ਬਦ ਗੁਰਬਾਣੀ ਸੁਣਾਉਂਦੇ। ਦਿਵਸ ਅਥਨ ਕੋ ਸਮੋ ਲੱਖ, ਫਿਰ ਦਿਨ ਦਾ ਆਥਣ ਸਮਾਂ ਜਾਣ ਕੇ। ਸੋਦਰ ਕੋ ਲਾਵੇ, ਸੋਦਰ ਲਾਇਆ ਜਾਂਦਾ ਹੈ, ਭਾਵ ਰਹਿਰਾ ਸਾਹਿਬ ਹੁੰਦੀ ਹੈ। ਕਥਾ ਕੀਰਤਨ ਕਰਤ ਹੀ, ਇਉਂ ਭਾਈ ਕਥਾ ਕੀਰਤਨ ਕਰਦਿਆਂ ਹੀ ਨਿਸ ਜਾਮ ਬਿਤਾਵੇ। ਰਾਤ ਦਾ ਇੱਕ ਪਹਿਰ ਬੀਤ ਜਾਂਦਾ ਹੈ। ਸਿਮਰਨ ਹੋਏ ਸਤਨਾਮ ਕੋ, ਸੱਚੇ ਨਾਮ ਦਾ ਸਿਮਰਨ ਹੁੰਦਾ ਹੈ। ਇੱਕ ਚਿੱਤ ਲਿਵ ਲਾਵੇ, ਇੱਕ ਚਿੱਤ ਕਾਗਰ ਹੋ ਕੇ ਲਿਵ ਲਾਉਂਦੇ ਹਨ। ਪੁਨ ਸੁਪ ਤਨ ਹਿਤ ਸੇਜ ਪਰ, ਫਿਰ ਪਹਿਰ ਰਾਤ ਤੋਂ ਬਾਅਦ ਜੋ ਕੁਝ ਕਿਸੇ ਨੇ ਥੋੜਾ ਬਹੁਤ ਛਕਣਾ ਹੁੰਦਾ ਹੈ, ਛਕ ਕੇ ਫਿਰ ਭਾਈ ਆਪੋ ਆਪਣੀਆਂ ਸੇਜਾਂ ਤੇ ਸਭ ਚਲੇ ਜਾਂਦੇ ਆ। ਫਿਰ ਮਹਾਰਾਜ ਵੀ ਸੁਪਤਨ ਹਿਤ ਸੇਜ ਪਰ, ਆਰਾਮ ਕਰਨ ਵਾਸਤੇ ਸੇਜਾ ਪਰ। ਸਤਿਗੁਰੂ ਬਿਰਾਜੈ, ਗੁਰੂ ਅਮਰਦਾਸ ਮਹਾਰਾਜ ਬਿਰਾਜ ਜਾਂਦੇ ਨੇ। ਇਸ ਵਿਧ ਕੋ ਵਿਵਹਾਰ ਨਿਤ, ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ, ਰੋਜ਼ ਦੀ ਮਰਜ਼ਾਦਾ। ਜਿਸ ਪਿੱਖ ਅਗ ਭਾਜੈ, ਜਿਹਨੂੰ ਭਾਈ ਵੇਖ ਕੇ ਇਸ ਮਰਜ਼ਾਦਾ ਵਿਵਹਾਰ ਨੂੰ ਪਾਪ ਅਗ ਦੁੱਖ ਸਭ ਭੱਜ ਜਾਂਦੇ ਹਨ। ਅਪਰ ਨੇਮ ਐਸੇ ਕਰਿਓ, ਇਸ ਤਰ੍ਹਾਂ ਦਾ ਜਿਹੜਾ ਫਿਰ ਮਹਾਰਾਜ ਨੇ ਨੇਮ ਕੀਤਾ। ਸ੍ਰੀ ਅਮਰ ਸੁਜਾਨਾ, ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਮਹਾਨ ਸੁਜਾਨ। ਸੇਤ ਬਸਤਰ ਤਨ ਪਰ ਧਰਹਿ, ਮਹਾਰਾਜ ਚਿੱਟੇ ਬਸਤਰ ਸਰੀਰ ਪਰ ਪਹਿਨਦੇ। ਨਿਤ ਬਿਮਲ ਮਹਾਨਾ, ਹਮੇਸ਼ਾ ਹੀ ਜੋ ਬਹੁਤ ਭਾਈ ਸੋਹਣੇ ਬਸਤਰ ਬਿਮਲ ਚੰਗੇ ਸਾਫ। ਅਪਰ ਬਸਤਰ ਨਹਿ ਢਿੱਗ ਰੱਖੈ, ਹੋਰ ਕੋਈ ਬਸਤਰ ਨਹੀਂ ਸੀ ਮਹਾਰਾਜ, ਹੋਰ ਕੋਈ ਰੰਗ ਦਾ ਨਹੀਂ ਸਨ ਕੋਲ ਰੱਖਦੇ। ਜਬ ਦੂਸਰ ਲੇਹੀ, ਜਦੋਂ ਦੂਸਰਾ ਬਸਤਰ ਲੈ ਲੈਂਦੇ। ਪੂਰਬ ਉੱਪਰ ਹੋਏ ਜੋ, ਤੇ ਜੇ ਕੋਈ ਹੁਣ ਪਹਿਲਾਂ ਹੋ ਜੇ ਹੁੰਦਾ ਸੀ ਕੋਈ ਦੂਜਾ ਬਸਤਰ ਆ ਜਾਣਾ ਹੋਰ ਮਹਾਰਾਜ ਵਾਸਤੇ ਪ੍ਰੇਮ ਵਾਲੇ, ਮਹਾਰਾਜ ਅਸੀਂ ਆ ਪਹਿਨੋ ਲੈ ਕੇ ਆਏ ਆ, ਤਾਂ ਜਿਹੜਾ ਕੋਈ ਪਹਿਲਾਂ ਮਹਾਰਾਜ ਦੇ ਉੱਪਰ ਹੁੰਦਾ ਸੀ, ਕਿਸ ਰੰਗ ਕਹਿ ਦੇਹੀ, ਉਹ ਫਿਰ ਕਿਸੇ ਗਰੀਬ ਨੂੰ ਮਹਾਰਾਜ ਦੇ ਦਿੰਦੇ ਹਨ। ਦੁਤੀਏ ਰਹਿ ਨਹਿ ਸਦਨ ਮਹਿ, ਇਉਂ ਮਹਾਰਾਜ ਜੀ ਕਹਿੰਦੇ ਭਾਈ ਦੂਜਾ ਨਹੀਂ ਬਸਤਰ ਇਸ ਘਰ ਵਿੱਚ ਰੱਖਣਾ। ਐਸੇ ਕਹਿ ਦੀਨਾ, ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰ ਦਿੱਤੇ ਸਨ। ਖੈਬੇ ਹੇਤ ਜੋ ਅੰਨ ਹੋਏ, ਫਿਰ ਇਹ ਵੀ ਸੀ ਕਿ ਜਿਹੜਾ ਛਕਣ ਵਾਸਤੇ ਵੀ ਅਨਾਜ ਆਉਂਦਾ। ਨਿਤ ਆਈ ਨਵੀਨਾ, ਉਹ ਵੀ ਰੋਜ਼ ਨਵਾਂ ਆਉਂਦਾ ਹੁੰਦਾ ਸੀ। ਇੰਨਾ ਲੰਗਰ ਚੱਲਦਾ ਸੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਕਿ ਗੱਡੇ ਭਰ ਭਰ ਰਾਸ਼ਨ ਦੇ ਅਨਾਜ ਦੇ ਆਉਣੇ ਤੇ ਲਾਈਨ ਲੱਗਦੀ ਹੁੰਦੀ ਸੀ। ਹਫ਼ਤਾ ਖੜਨਾ ਪੈਂਦਾ ਹੁੰਦਾ, ਫੇਰ ਬਾਰੀ ਆਉਂਦੀ ਸੀ ਕਿਤੇ ਲੰਗਰ ਵਿੱਚ ਅਨਾਜ ਅੰਨ ਪਾਉਣ ਵਾਸਤੇ। ਉਹ ਸਮਾਂ ਦੇਖੋ, ਫਿਰ ਉਹ ਸਮੇਂ ਆਏ ਪੰਥ ਖਾਲਸੇ ਤੇ ਭੀੜਾਂ ਆਈਆਂ, ਫਿਰ ਬਹੁਤ ਸਮਾਂ ਲੰਘਿਆ। ਫਿਰ ਗੁਰਮੁਖੋ ਲੰਗਰ ਮਸਤਾਨੇ ਰਹਿਣੇ ਸ਼ੁਰੂ ਹੋ ਗਏ। ਫਿਰ ਦੇ ਗੁਰੂ ਕਾ ਕੋਈ ਨਾ ਕੋਈ ਪਿਆਰਾ ਆ ਜਾਂਦਾ ਹੈ, ਜਿਹੜਾ ਮਹਾਰਾਜ ਨੇ ਆਪਣੇ ਬਖਸ਼ਿਸ਼ ਕਰਨੀ ਹੁੰਦੀ ਹੈ। ਇੱਕ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ ਹੋਏ ਨੇ ਕੁੱਲੀ ਵਾਲੇ, ਇਹ ਬਾਰਡਰ ਦੇ ਉੱਤੇ ਕਾਲੇ ਕੇ ਨਗਰ ਹੈ ਅੰਮ੍ਰਿਤਸਰ ਸਾਹਿਬ ਦੇ, ਉੱਥੋਂ ਦੇ। ਫਿਰ ਉਹ ਕਿਤੇ ਇੱਧਰ ਵੀ ਆਉਂਦੇ, ਉਹਨਾਂ ਨੇ ਕਈ ਸਥਾਨਾਂ ਦੀਆਂ ਕਾਰ ਸੇਵਾ ਕਰਾਈਆਂ। ਸਤਿਕਾਰਯੋਗ ਬਾਬਾ ਖੜਕ ਸਿੰਘ ਜੀ ਮਹਾਨ
ਉਹ ਗੁਰਮੁਖ ਰੂਹ ਹੋਏ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ। ਵੱਡੇ ਤੋਂ ਵੱਡਾ ਰਾਸ਼ਟਰਪਤੀ ਵਗੈਰਾ ਵੀ ਆ ਜਾਂਦੇ ਸੀ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਐਨ ਮਸਤ ਤੇ ਨਾਮ ਚੜ੍ਹਦੀ ਕਲਾ ਵਿੱਚ। ਬਾਬਾ ਖੜਕ ਸਿੰਘ ਜੀ ਇੰਨੇ ਸੀ ਕਿ ਜਦੋਂ ਗੁਰਮੁਖੋ ਅਕਾਲ ਤਖਤ ਸਾਹਿਬ ਤੇ ਹਮਲਾ ਤੋਂ ਬਾਅਦ ਫਿਰ ਰਾਸ਼ਟਰਪਤੀ ਆਇਆ, ਮਿਲਣ ਵਾਸਤੇ ਆਇਆ, ਜਾਣੇ ਵੱਟ ਕੇ ਚਪੇੜ ਮਾਰੀ ਮੂੰਹ ਤੇ, ਯਾ ਦੁਸ਼ਟਾ ਚਲਿਆ ਜਾ। ਇਹੋ ਜਿਹੇ ਉਹਨਾਂ ਦਾ ਸੁਭਾਅ ਸੀ ਸੰਤਾਂ ਦਾ। ਹੁਣ ਤਾਂ ਚਾਪਲੂਸੀਆਂ ਲੀਡਰਾਂ ਦੀਆਂ ਬਾਬਿਆਂ ਕੋਲੇ ਬਹੁਤ ਨੇ ਨਾ। ਉਹ ਮਹਾਂਪੁਰਸ਼ ਉਹ ਸੀ ਜਿਨ੍ਹਾਂ ਤੇ ਬਖਸ਼ਿਸ਼ਾਂ, ਉਹਨਾਂ ਨਾਲ ਬਹੁਤ ਪਿਆਰ ਸੀ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ, ਉਹ ਸੰਤ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਪਿਤਾ ਜੀ ਕਹਿੰਦੇ ਹੁੰਦੇ। ਫਿਰ ਉਹ ਜਦੋਂ ਇੱਧਰ ਸੇਵਾ ਕਰਵਾਉਂਦੇ ਤੇ ਆਏ ਇੱਥੇ ਲੰਗਰ ਟਾਈਮ ਟੂ ਟਾਈਮ ਥੋੜਾ ਪ੍ਰਬੰਧਕ ਜਿਹੜਾ ਹੁੰਦਾ ਸੀ ਕਰਦੇ। ਫਿਰ ਉਹਨਾਂ ਨੇ ਜਿਹੜਾ ਲੰਗਰ ਹਾਲ ਗੋਇੰਦਵਾਲ ਸਾਹਿਬ ਤੁਸੀਂ ਅੱਜ ਵੇਖਦੇ ਹੋ, ਇਹ ਫਿਰ ਕਾਰ ਸੇਵਾ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਨੇ ਕਰਵਾਈ। ਤੇ ਇਹ ਵੀ ਨਾਲ ਫਿਰ ਟਾਈਮ ਬੰਨਤਾ ਲੰਗਰ ਦਾ। ਫਿਰ ਉਹ ਜਦੋਂ ਆਏ ਕਹਿੰਦੇ ਭਾਈ ਇਹ ਵੀ ਨਹੀਂ ਹੋਣਾ, ਇਹ ਗੁਰੂ ਅਮਰਦਾਸ ਮਹਾਰਾਜ ਦਾ ਦਰ, ਇੱਥੇ ਉਹੀ ਮਰਜ਼ਾਦਾ ਚਲਾਓ ਜਿਹੜੀ ਮਹਾਰਾਜ ਦੇ ਸਮੇਂ ਸੀ। ਬਕਾਇਦਾ ਨਗਰ ਵਿੱਚ ਵੀ ਹੋਕਾ ਦਿੱਤਾ। ਇਹ ਪੁਰਾਣਿਆਂ ਸਮਿਆਂ ਦੀ ਗੱਲ ਹੈ, ਭਾਈ ਸਭ ਆ ਕੇ ਛਕੋ। ਫਿਰ ਨਿਰੰਤਰ ਉਹਨਾਂ ਲੰਗਰ ਸ਼ੁਰੂ ਕਰਤਾ। ਮਹਾਰਾਜ ਨੇ ਦੇਖੋ ਆਪਦੇ ਪਰਮ ਪਿਆਰੇ ਦੇ ਰਾਹੀਂ ਸਾਰੀ ਖੇਡ ਆਪ ਹੀ ਕਰਵਾ ਲਈ। ਤੇ ਗੁਰੂ ਸਾਹਿਬ ਦੇ ਵੇਲੇ ਦੀ ਇਹ ਮਰਜ਼ਾਦਾ, ਖੈਬੇ ਹੇਤ ਜੋ ਅੰਨ ਹੋਏ, ਛਕਣ ਵਾਸਤੇ ਜਿਹੜਾ ਅਨਾਜ ਹੁੰਦਾ, ਨਿਤ ਆਏ ਨਵੀਨਾ, ਉਹ ਹਮੇਸ਼ਾ ਨਿਤ ਨਵਾਂ ਆਉਂਦਾ ਹੈ। ਜਿਤਕ ਦੇਗ ਮਹਿ ਲੱਗੈ ਤਬ, ਤੇ ਜਿੰਨਾ ਲੰਗਰ ਦੇ ਵਿੱਚ ਉਸ ਸਮੇਂ ਲੱਗ ਜਾਂਦਾ, ਸੋ ਸਰਬ ਪਕਾਵੇ, ਉਹ ਸਾਰਾ ਪਕਾ ਲਿਆ ਜਾਂਦਾ। ਸਿੱਖ ਸੰਗਤ ਗਨ ਰੰਕ ਜੇ, ਤੇ ਬਾਕੀ ਗੁਰਮੁਖੋ ਜਿਹੜਾ ਹੈ ਦੇਖੋ ਉੱਥੇ ਜਿੰਨਾ ਪਕਾ ਕੇ ਫਿਰ ਸਿੱਖ ਸੰਗਤਾਂ ਬੇਅੰਤ। ਗਨ ਦਾ ਭਾਵ ਹੈ ਸਾਰੇ, ਰੰਕ ਗਰੀਬ ਵੀ ਇਤਿਆਦਿਕ। ਮਨ ਭਾਵਤ ਖਾਵੇ, ਉਹ ਮਨ ਭਾਉਂਦਾ ਛਕਦੇ ਹਨ। ਬਚਹਿ ਸੇਖ ਜੋ ਨਹਿ ਰੱਖੈ, ਜਿਹੜਾ ਸ਼ੇਖ ਬਾਕੀ ਬਚ ਜਾਂਦਾ ਸੀ ਉਹਨੂੰ ਰੱਖਿਆ ਨਹੀਂ ਸੀ ਜਾਂਦਾ ਕਿ ਸਵੇਰ ਲਈ ਰੱਖ ਲੋ, ਨਹੀਂ। ਦੇ ਪਸਨ ਖਵਾਈ, ਉਹ ਭਾਈ ਫਿਰ ਪਸ਼ੂਆਂ ਨੂੰ ਖਵਾ ਦਿੱਤਾ ਜਾਂਦਾ। ਕਹਿੰਦੇ ਕੋਈ ਇਹਨਾਂ ਨੂੰ ਖਵਾਓ, ਵੀ ਆਪਣੇ ਵਾਸਤੇ ਹੀ ਹੈ, ਪਰਉਪਕਾਰ ਕਰਦੇ ਨੇ, ਦੁੱਧ ਦਿੰਦੇ ਆ, ਪਸ਼ੂ ਹੀ ਹਲ ਵਾਹੁਣ ਦੇ ਕੰਮ, ਸਾਰੇ ਕੰਮਾਂ ਕਾਰਾਂ ਲਈ ਵਰਤਦੇ ਹੋ, ਜਿਹੜਾ ਸੀ ਉਹ ਖਵਾ ਦਿੱਤਾ ਜਾਂਦਾ। ਤਿੰਨ ਤੇ ਭੀ ਜੋ ਬਚ ਰਹਿ, ਉਸ ਤੋਂ ਬਾਅਦ ਵੀ ਜਿਹੜਾ ਕੋਈ ਬਚ ਜਾਂਦਾ ਸੀ, ਸਰਤਾ ਪਰਵਾਹੀ, ਉਹ ਮਹਾਰਾਜ ਦਰਿਆ 'ਚ ਪ੍ਰਵਾਹ ਕਰਵਾ ਦਿੰਦੇ ਸੀ ਕਿ ਇਹਦੇ ਵਿੱਚ ਵੀ ਬਹੁਤ ਜੀਵ ਆ, ਉਹ ਛਕ ਲੈਣਗੇ। ਅਗਲੇ ਦਿਨ ਹਿਤ ਨਹਿ ਰੱਖੈ, ਦੂਜੇ ਦਿਨ ਵਾਸਤੇ ਨਹੀਂ ਸੀ ਮਹਾਰਾਜ ਰੱਖਣ ਦਿੰਦੇ, ਰੱਖਦੇ ਨਹੀਂ ਸੀ ਹੁੰਦੇ। ਇੱਕ ਮਨਜ ਆਹਾਰਾ, ਇੱਕ ਮਨੁੱਖ ਦਾ ਵੀ ਜਿਹੜਾ ਹੈ ਆਹਾਰ ਨਹੀਂ ਸੀ ਰੱਖਦੇ। ਆਏ ਵਹਿਰ ਤੇ ਦੇਗ ਹੋਏ, ਇਉਂ ਭਾਈ ਸਾਰਾ ਕੁਝ ਬਾਹਰੋਂ ਅੰਨ ਪਾਣੀ ਲੰਗਰ ਆਉਂਦਾ ਤੇ ਦੇਗ ਲੰਗਰ ਤਿਆਰ ਹੁੰਦਾ। ਇਵੇਂ ਨੇਮ ਸੁਧਾਰਾ, ਇਸ ਤਰ੍ਹਾਂ ਦਾ ਸਾਰਾ ਨੇਮ ਮਰਜ਼ਾਦਾ ਧਾਰਨ ਕੀਤੀ ਹੋਈ ਸੀ। ਅਪਰ ਵਸਤ ਗਿਣਤੀ ਕਹਾਂ, ਹੋਰ ਵਸਤੂਆਂ ਦੀ ਕੀ ਗਿਣਤੀ ਕਰੀਏ। ਜਲ ਕਲਸਨ ਮਾਹੀ, ਇੱਥੋਂ ਤੱਕ ਕਿ ਮਹਾਰਾਜ ਤਾਂ ਜਿਹੜਾ ਗਾਗਰਾਂ ਵਿੱਚ ਜਲ ਵੀ ਹੁੰਦਾ ਸੀ, ਸਭ ਗਿਰਾਏ ਉਲਟੇ ਧਰੈ, ਉਹ ਵੀ ਮਹਾਰਾਜ ਜੇ ਕੋਈ ਗਾਗਰ ਵਿੱਚ ਜਲ ਵੀ ਪਿਆ ਨਾ, ਮਹਾਰਾਜ ਨੇ ਕਹਿਣਾ ਭਾਈ ਇਹ ਵੀ ਗਾਗਰ ਵਿਹਲੀ ਕਰ ਦਿਓ, ਵੀ ਗਿਰਾ ਕੇ ਉਲਟੀ ਕਰਕੇ ਧਰ ਦਿੰਦੇ। ਰਾਖੈ ਕੁਛ ਨਾਹੀ, ਇਹ ਮਰਜ਼ਾਦਾ ਹੈ ਉੱਥੇ। ਕਦੇ ਤੁਸੀਂ ਗੋਇੰਦਵਾਲ ਸਾਹਿਬ ਜਾਵੋ ਰਾਤ ਨੂੰ ਕਿਤੇ ਦੇਖ ਲਿਓ, ਹੁਣ ਵੀ ਮਰਜ਼ਾਦਾ ਹੈ। ਸਾਰੇ ਬਰਤਨ ਧੋ ਮਾਂਜ ਕੇ ਮੂਧੇ ਮਾਰੇ ਜਾਂਦੇ ਉੱਥੇ। ਤੇ ਮਹਾਰਾਜ ਇਸ ਤਰ੍ਹਾਂ ਬਚਨ ਕਰਦੇ ਨੇ ਭਾਈ, ਜੇ ਜਲ ਵੀ ਹੈ ਨਾ ਉਹ ਵੀ ਵਿੱਚੋਂ ਡੋਲ ਕੇ ਗਾਗਰ ਜਿਹੜੀ ਹੈ ਉਹ ਮੂਧੀ ਕਰਕੇ ਰੱਖੋ,
ਇਹ ਨਹੀਂ ਕਿ ਕੱਲ ਵਾਸਤੇ ਬਚਾਉਣ, ਜੇ ਅੱਜ ਬਚਾਉਣ ਦੀ ਬਿਰਤੀ ਹੋ ਗਈ ਫਿਰ ਛਕਾਓਗੇ ਘੱਟ ਤੇ ਬਚਾਓਗੇ ਜ਼ਿਆਦੇ। ਹੁਣ ਤਾਂ ਹੋਰ ਸਮੇਂ ਕਾ ਜਗ੍ਹਾ ਤੇ ਹੁੰਦਾ ਕਈ ਚੰਗਾ ਚੰਗਾ ਪਦਾਰਥ ਹੈ ਉਹ ਇਕੱਠਾ ਪਾਸੇ ਰੱਖੀ ਜਾਣਾ। ਬਹੁਤ ਜਗ੍ਹਾ ਇਹੋ ਜਿਹਾ ਕਿੰਨੀਆਂ ਕੁਝ ਆਉਂਦਾ ਸਾਹਮਣੇ। ਇਹੀ ਗਿਰਾਵਟਾਂ ਨੇ। ਇਹ ਗੁਰੂ ਦੀ ਤਾਂ ਕਿਰਪਾ ਹੈ, ਪਰ ਕਈ ਵਾਰ ਕਿਤੇ ਨਾ ਕਿਤੇ ਕਿਸੇ ਵਿਅਕਤੀ ਵਿੱਚ ਗਿਰਾਵਟ ਆ ਜਾਂਦੀ ਕਿ ਆਹ ਤਾਂ ਆਪਾਂ ਕਾਹਨੂੰ ਖੋਣਾ, ਵੇਚ ਦਿਆਂਗੇ। ਇਹ ਜਦੋਂ ਸਿਸਟਮ ਹੋ ਜਾਣ ਫਿਰ ਕਲਾ ਨਹੀਂ ਵਰਤਦੀ। ਗੁਰੂ ਸਾਹਿਬ ਕਿਰਪਾ ਕਰਦੇ ਨੇ। ਇਹ ਅਪਰ ਵਸਤ ਗਿਣਤੀ ਕਹਾਂ ਜਲ ਕਲਸਨ ਮਾਹੀ, ਜੋ ਕਲਸ ਗਾਗਰਾਂ ਵਿੱਚ ਜਲ ਹੁੰਦਾ ਸਭ ਗਿਰਾਏ ਉਲਟੇ ਧਰੈ, ਉਹ ਵੀ ਸਾਰਾ ਡੁਲਾ ਕੇ ਉਲਟੇ ਧਰ ਦਿੰਦੇ। ਰਾਖੈ ਕੁਛ ਨਾਹੀ, ਕੁਝ ਵੀ ਬਚਾ ਕੇ ਨਹੀਂ ਰੱਖਦੇ। ਜੋ ਅਰਪਤ ਹੈ ਆਨ ਕਰ, ਤੇ ਜਿਹੜਾ ਕੋਈ ਭਾਈ ਆ ਕੇ ਕੁਝ ਅਰਪਣ ਕਰਦਾ ਸੀ ਬਹੁ ਬਿਨੈ ਅਲਾਵੈ, ਉਹਨੂੰ ਬੜੀਆਂ ਬੇਨਤੀਆਂ ਕਰਨੀਆਂ ਪੈਂਦੀਆਂ ਸੀ, ਬਹੁਤ ਬੇਨਤੀਆਂ ਕਰਦਾ। ਏਕ ਦਿਵਸ ਕੇ ਖਰਚ ਕੋ, ਤੇ ਮਹਾਰਾਜ ਕੋਲੇ ਜੇ ਲੈ ਕੇ ਆਉਣਾ, ਮਹਾਰਾਜ ਨੇ ਕਹਿਣਾ ਇੱਕ ਦਿਨ ਦਾ ਅਨਾਜ ਲਵਾਂਗੇ ਤੇ ਤੋਂ ਵੱਧ ਨਹੀਂ ਭਾਈ ਲੈਣਾ। ਜੇ ਜ਼ਿਆਦੇ ਲਿਆਉਣਾ ਨੇ ਕਹਿਣਾ ਆਪਦਾ ਮੋੜ ਕੇ ਲੈ ਜਾ, ਤੇ ਹੋਰ ਵੀ ਸੰਗਤਾਂ ਦਾ ਹਿੱਸਾ ਪਵਾਉਣਾ, ਇੱਕ ਦਿਨ ਦਾ ਤੇ ਤੋਂ ਲੈ ਲੈਣਾ। ਏਕ ਦਿਵਸ ਕੇ ਖਰਚ ਕੋ, ਇੱਕ ਦਿਨ ਦੇ ਖਰਚ ਦਾ ਲੈ ਅਪਰ ਹਟਾਵੈ, ਉਹ ਲੈ ਕੇ ਬਾਕੀ ਮਹਾਰਾਜ ਮੋੜ ਦਿੰਦੇ। ਬਿਦਤ ਭਏ ਸਭ ਦੇਸ਼ ਮਹਿ, ਇਹ ਸਾਰੇ ਦੇਸ਼ ਵਿੱਚ ਪ੍ਰਤੱਖ ਪ੍ਰਗਟ ਹੋਇਆ। ਸੁਣ ਸੁਣ ਸਿੱਖ ਆਵੇ, ਸੁਣ ਸੁਣ ਕੇ ਸਿੱਖ ਗੋਇੰਦਵਾਲ ਸਾਹਿਬ ਆਉਂਦੇ। ਇੱਛਾ ਮਨ ਮਹਿ ਜਸ ਧਰੈ, ਇਸ ਤਰ੍ਹਾਂ ਜਿਹੋ ਜੀ ਕੋਈ ਮਨ ਵਿੱਚ ਇੱਛਾ ਧਾਰਦਾ ਤਸ ਹੀ ਫਲ ਪਾਵੈ, ਉਹੇ ਜਿਹਾ ਫਲ ਪਾ ਲੈਂਦਾ ਹੈ। ਅਪਰ ਨੇਮ ਇੱਕ ਗੁਰ ਕਰਿਓ, ਫਿਰ ਇੱਕ ਹੋਰ ਭਾਈ ਮਰਜ਼ਾਦਾ ਗੁਰੂ ਨੇ ਕਰ ਦਿੱਤੀ। ਸਭ ਮੋਹ ਪ੍ਰਗਟਾਵਾ, ਤੇ ਸਾਰਿਆਂ ਦੇ ਵਿੱਚ ਇਹ ਗੱਲ ਪ੍ਰਗਟ ਕਰਤੀ। ਜੋ ਦਰਸ਼ਨ ਹਿਤ ਆਏ ਹਮ, ਜਿਹੜਾ ਵੀ ਭਾਈ ਸਾਡੇ ਦਰਸ਼ਨਾਂ ਵਾਸਤੇ ਆਵੇ। ਪ੍ਰਿਥਮ ਅੰਨ ਪਾਵਾ, ਪ੍ਰਥਮ ਅੰਨ ਪਾਵਾ, ਪਹਿਲਾਂ ਸਭ ਤੋਂ ਮੁੱਖ ਵਿੱਚ ਅੰਨ ਪਾਵੇ, ਭਾਵ ਪ੍ਰਸ਼ਾਦਾ ਛਕੇ ਲੰਗਰ ਜਾਏ। ਜਬ ਲਗ ਲੰਗਰ ਜਾਏ ਕੈ, ਜਿੰਨਾ ਸਮਾਂ ਉਹ ਲੰਗਰ ਵਿੱਚ ਜਾ ਕੇ ਭੋਜਨ ਨਹਿ ਖਾਏ, ਮਹਾਰਾਜ ਕਹਿੰਦੇ ਪ੍ਰਸ਼ਾਦਾ ਨਹੀਂ ਛਕੇਗਾ। ਤਬ ਲਗ ਦਰਸ਼ਨ ਹਮਨ ਕੇ, ਉਦੋਂ ਤੱਕ ਭਾਈ ਸਾਡੇ ਦਰਸ਼ਨਾਂ ਲਈ ਸੋ ਆਵੇ ਨਾਹੀ, ਉਹ ਸਾਡੇ ਕੋਲ ਨਾ ਆਵੇ। ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕੇ, ਫੇਰ ਸਾਡੇ ਕੋਲ ਆ ਕੇ ਦਰਸ਼ਨ ਕਰੇ। ਇਹ ਜਿਹੜੀ ਸੰਗਤ ਆਉਂਦੀ ਹੈ, ਇੱਕ ਤਾਂ ਉਹਨੂੰ ਸੇਵਾਦਾਰ ਹੈ, ਪੱਕੇ ਉੱਥੇ ਰਹਿਣੇ ਜੋ ਮਰਜ਼ਾਦਾ। ਇਹ ਕਿਉਂ ਸੀ? ਕਿਉਂਕਿ ਹਰ ਆਏ ਹੋਏ ਨਵੇਂ ਦੇ ਮਨ ਵਿੱਚੋਂ ਵਰਨ ਔਰ ਆਸ਼ਰਮ ਦਾ ਭੇਦ ਮਿਟਾਉਣਾ। ਕਈ ਉਸ ਸਮੇਂ ਬਹਿੰਦੇ ਨਹੀਂ ਸਿੰਦੇ, ਇਹ ਤਾਂ ਆਪਦਾ ਅੱਡ ਭੋਜਨ ਤਿਆਰ ਕਰਨਾ ਸੁੱਚ ਪਿੱਟਦਾ ਸੀ। ਇਸ ਕਰਕੇ ਫਿਰ ਮਹਾਰਾਜ ਨੇ ਕਹਿਤਾ ਇਹ ਦਰਸ਼ਨ ਨਹੀਂ ਹੋਣੇ ਜਿੰਨਾ ਸਮਾਂ ਲੰਗਰ ਵਿੱਚ ਨਹੀਂ ਜਾ ਕੇ ਪ੍ਰਸ਼ਾਦਾ ਛਕੂ। ਹੁਣ ਜਿਹੜੇ ਸਿੱਖ ਸੇਵਕ ਸੇਵਾ ਕਰਦੇ ਉਹ ਤਾਂ ਪਰਪੱਕ ਸੀ ਇਸ ਗੱਲ ਬਾਰ, ਉਹ ਤਾਂ ਸਵੇਰ ਤੋਂ ਮਹਾਰਾਜ ਦੇ ਦਰਸ਼ਨ ਕਰਦੇ ਆ। ਇਸ ਕਰਕੇ ਗੁਰੂ ਸਾਹਿਬ ਜੀ ਨੇ ਮਰਜ਼ਾਦਾ ਬੰਨੀ ਵੀ ਭਾਈ ਤਬਲਗ ਦਰਸ਼ਨ ਹਮਨ ਕੇ ਸੋ ਆਵੇ ਨਾ, ਉਹ ਜਿੰਨਾ ਸਮਾਂ ਪ੍ਰਸ਼ਾਦਾ ਨਹੀਂ ਛਕਦਾ ਸਾਡੇ ਦਰਸ਼ਨਾਂ ਨੂੰ ਨਾ ਆਵੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ, ਤੀਜੇ ਮਹੱਲੇ। ਸ੍ਰੀ ਗੁਰੂ ਅਮਰਦੇਵ ਜੀ ਗੁਰ ਤਖਤ ਪੈ ਪ੍ਰਕਾਸ਼ਨ ਹੋਵਨ, ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਤਖਤ ਤੇ ਪ੍ਰਕਾਸ਼ ਹੋਣਾ। ਔ ਨਿਤ ਆਚਰਣ ਪ੍ਰਸੰਗ ਵਰਣਨ, ਤੇ ਨਿਤ ਦੀ ਮਰਜ਼ਾਦਾ ਆਚਰਣ ਕੀਏ ਪ੍ਰਸੰਗ ਵਰਣਨ ਕੀਤਾ। ਨਾਮ ਦੁਤੀਓ ਮੰਦਰ ਹੈ, ਇਹ ਪ੍ਰਸੰਗ ਨਾਮ ਦੂਜਾ ਮੰਦਰ ਭਾਵ ਦੂਜੇ ਘਰ ਦਾ ਇਹ ਪ੍ਰਸੰਗ ਹੈ। ਆਓ ਟਾਈਮ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।